ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਵਾਗਤ ਹੈ ਕੇਂਸ ਪੰਜਾਬੀ ਨਿਊਜ਼ ਦੇ ਉੱਤੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਿਸਾਨੀ ਸੰਘਰਸ਼ ਦੇ 3 ਮਹੀਨੇ ਹੋਣ ਨੂੰ ਆਏ ਨੇ। ਤੁਹਾਨੂੰ ਪਤਾ ਹੀ ਹੈ ਕਿ ਬਾਹਰ ਬੈਠੇ ਹੋਏ ਲੋਕ ਸਾਡੇ ਵੀਰ ਸਾਡੇ ਚਿੰਤਿਤ ਨੇ ਇਸ ਸੰਘਰਸ਼ ਨੂੰ ਲੈ ਕੇ। ਵੱਖ-ਵੱਖ ਜਗ੍ਹਾ ਜਿੱਥੇ ਤੁਹਾਡੇ ਏਰੀਏ ਦੇ ਵਿੱਚ ਰੈਲੀਆਂ ਹੋਈਆਂ, ਰੋਸ ਪ੍ਰਦਰਸ਼ਨ ਹੋਏ, ਉੱਥੇ ਅੱਜ ਸਾਡੇ ਸਟੂਡੀਓ ਦੇ ਵਿੱਚ ਚਰਚਾ ਕਰਨ ਦੇ ਲਈ ਕੁਝ ਐਕਸਪਰਟ ਮੌਜੂਦ ਨੇ। ਆਪਾਂ ਉਹਨਾਂ ਤੋਂ ਸਵਾਲ ਜਾਣਾਂਗੇ। ਤੁਹਾਡੇ ਲਗਾਤਾਰ ਸਵਾਲ ਆਏ, ਉਹਨਾਂ ਦੇ ਵੀ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਾਡੇ ਵਿਹੜੇ ਪਹੁੰਚੇ ਹੋਏ ਮਹਿਮਾਨਾਂ ਦਾ। ਸਾਡੇ ਨਾਲ ਸਟੂਡੀਓ ਵਿੱਚ ਚਰਚਾ ਕਰਨ ਦੇ ਲਈ ਅੱਜ ਮੌਜੂਦ ਨੇ ਹਰਜਿੰਦਰ ਸਿੰਘ ਢਿੱਲੋਂ ਕੇਂਸ ਤੋਂ, ਬਲਵੀਰ ਸਿੰਘ ਸਿੱਧੂ ਇਨਸਫੇਲ ਤੋਂ, ਸੰਜੀਵ ਸਿੰਘ ਇਨਸਫੇਲ ਤੋਂ, ਕੁਲਵੀਰ ਸਿੰਘ ਮਾਲਪੁਰ ਤੋਂ, ਹਰਦੀਪ ਸਿੰਘ ਸੋਹੀ, ਬਿੱਟੂ ਰਾਏਕੋਟੀ ਤੇ ਕਾਮਰੇਡ ਮਨਦੀਪ ਸਿੰਘ ਰੰਧਾਵਾ ਟਾਹਲੀ ਤੋਂ। ਸੋ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਜੀ। ਪਹਿਲਾ ਸਵਾਲ ਢਿੱਲੋਂ ਸਾਹਿਬ ਤੋਂ। ਢਿੱਲੋਂ ਸਾਹਿਬ, 3 ਮਹੀਨੇ ਹੋਣ ਨੂੰ ਆ ਗਏ ਨੇ ਸੰਘਰਸ਼ ਦੇ, ਕਿਵੇਂ ਵੇਖਦੇ ਹੋ? ਥਾਂਦੀ ਸਾਹਿਬ, ਮੈਨੂੰ ਗੱਲ ਸਿਰੇ ਨਹੀਂ ਲੱਗਦੀ। ਪਹਿਲੀ ਗੱਲ, ਕਿਸਾਨ ਜਥੇਬੰਦੀਆਂ ਦਾ ਕੋਈ ਮੈਕੈਨਿਜ਼ਮ ਨਹੀਂ, ਕੋਈ ਹੋਮਵਰਕ ਨਹੀਂ, ਪ੍ਰੋਪਰ ਹੋਮਵਰਕ ਨਹੀਂ, ਕੀ ਵਾਰਤਾ ਕਰਨੀ, ਕੀ ਜਥੇਬੰਦੀਆਂ ਇੱਕ ਸੁਰ ਨਹੀਂ, ਕੋਈ ਯੋਗ ਲੀਡਰਸ਼ਿਪ ਨਹੀਂ, ਕੋਈ ਯੋਗ ਲੀਡਰ ਨਹੀਂ। ਮੇਰੇ ਹਿਸਾਬ ਨਾਲ ਵੀ ਪਹਿਲਾਂ ਨੂੰ ਹੋਮਵਰਕ ਤਿਆਰ ਗਰਾਊਂਡ ਲੈਵਲ 'ਤੇ ਹੋਮਵਰਕ ਕਰਨਾ ਚਾਹੀਦਾ, ਫਿਰ ਸਾਰੇ ਜਥੇਬੰਦੀਆਂ ਨੂੰ ਇੱਕ ਸੁਰ ਹੋ ਕੇ ਚੱਲਣਾ ਚਾਹੀਦਾ, ਅਤੇ ਫਿਰ ਅਗਲੀ ਗੱਲ ਵਾਰਤਾ ਫਿਰ ਸ਼ੁਰੂ ਕਰਨੀ ਚਾਹੀਦੀ ਹੈ। ਸਿੱਧੂ ਸਾਹਿਬ, ਕੀ ਵਿਚਾਰ ਨੇ ਤੁਹਾਡੇ? ਸਭ ਤੋਂ ਪਹਿਲਾਂ ਤਾਂ ਕੇਂਸ ਪੰਜਾਬੀ ਨਿਊਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ, ਜੋ ਵਾਰੀ ਆਪਣਾ ਸਾਰਾ ਰੋਡ ਸ਼ੋਅ ਕਰਕੇ, ਰੈਲੀਆਂ ਕਰਕੇ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਹਿੱਸਾ ਪਾ ਰਿਹਾ ਵਾ। ਸੋ ਵਿਚਾਰ ਇਹੀ ਹੈ ਕਿ ਅੱਜ 3 ਮਹੀਨਿਆਂ ਦੇ ਨੇੜੇ ਹੋ ਗਿਆ ਇਸ ਅੰਦੋਲਨ ਨੂੰ, ਪਰ ਸਰਕਾਰ ਹਜੇ ਵੀ ਸੁੱਤੀ ਪਈ ਆ। 26 ਜਨਵਰੀ ਤੋਂ ਬਾਅਦ ਉਹਨਾਂ ਨੇ ਇਸ ਅੰਦੋਲਨ ਨੂੰ ਇੱਕ ਹੋਰ ਰੂਪ ਦੇ ਦਿੱਤਾ, ਜਿਸਦਾ ਕਰਕੇ ਹੁਣ ਦੁਬਾਰਾ ਇਸ ਦੇ ਵਿੱਚ ਥੋੜ੍ਹਾ ਲੋਕਾਂ ਦਾ ਆਉਣ ਕਰਕੇ ਇਹਨੂੰ ਦੁਬਾਰਾ ਫਿਰ ਸਟਰੋਂਗ ਕੀਤਾ ਜਾਂਦਾ ਜੀ। ਧੰਨਵਾਦ। ਜਾਣਨ ਦੀ ਕੋਸ਼ਿਸ਼ ਕਰਾਂਗੇ ਸੰਜੀਵ ਸਿੰਘ ਕੀ ਸੋਚਦੇ ਨੇ ਇਹਨਾਂ 3 ਮਹੀਨਿਆਂ ਦੀ ਕਾਰਗੁਜ਼ਾਰੀ ਤੋਂ। ਕੇਂਸ ਪੰਜਾਬੀ ਨਿਊਜ਼ ਦਾ ਬਹੁਤ ਬਹੁਤ ਧੰਨਵਾਦ। ਅਤੇ 9 ਵਾਰੀ ਇਹ ਵਾਰਤਾ ਹੋਈ ਆ, ਪਰ ਤੁਸੀਂ ਇਹ ਦੇਖੋ ਬਈ 9 ਵਾਰੀ ਸਰਕਾਰ ਦੀ ਮਨਸ਼ਾ 'ਚ ਕਲੀਅਰ ਹੁੰਦੀ ਆ ਕਿ ਉਹਨਾਂ ਨੇ ਬਿੱਲ ਵਾਪਸ ਨਹੀਂ ਕਰਨੇ। ਠੀਕ ਹੈ ਜੀ। 9 ਵਾਰੀ ਕਿਸਾਨਾਂ ਨੂੰ ਬੁਲਾਇਆ ਅਤੇ ਬੇਇੱਜ਼ਤੀ ਕਰਕੇ ਉਹਨਾਂ ਦੀ ਵਾਪਸ ਭੇਜਿਆ। ਉਹਨਾਂ ਨੇ 3 ਡਿਮਾਂਡਾਂ ਰੱਖੀਆਂ ਕਿ ਬਿੱਲ ਵਾਪਸ ਕਰੋ, MSP ਅਤੇ ਜਿਹੜਾ ਆਪਣਾ ਪਰਾਲੀ 'ਤੇ ਕਾਨੂੰਨ ਬਣਾਇਆ ਉਹ ਵਾਪਸ ਲਓ, ਪਰ ਸਰਕਾਰ ਜੋ ਵੀ ਸਰਕਾਰ ਦੀ ਮਨਸ਼ਾ ਹੈ ਕਿ ਉਹ ਬਿੱਲ ਵਾਪਸ ਨਹੀਂ ਲਵੇਗੀ। ਜਿਹੜੇ ਜੋਸ਼ ਅਤੇ ਹੋਸ਼ ਦੋਨਾਂ ਨਾਲ ਲੜੇ ਜਾਂਦੇ ਆ। ਯੂਥ ਦੁਆਰਾ ਜਥੇਬੰਦੀਆਂ ਨੇ ਇੱਕ ਪਲੇਟਫਾਰਮ ਮਿਥਿਆ ਸੀ ਵੀ ਆਪਾਂ ਉਸ ਰਾਹ ਰਾਹੀਂ ਸ਼ਾਂਤਮਈ ਅੰਦੋਲਨ ਕਰਨਾ, ਅਤੇ ਲਾਲ ਕਿਲ੍ਹੇ 'ਤੇ ਦੀਪ ਸਿੱਧੂ ਅਤੇ ਉਹਦੇ ਸਾਥੀਆਂ ਦਾ ਲਾਲ ਕਿਲ੍ਹੇ 'ਤੇ ਜਾਣਾ, ਮੈਂ ਉਹਨੂੰ ਕੋਈ ਵਧੀਆ ਗੱਲ ਨਹੀਂ ਮੰਨਦਾ। 26 ਦੀ ਘਟਨਾ ਤਾਂ ਜੋ ਸਾਰਿਆਂ ਨੇ ਆਪਾਂ ਦੇਖੀ ਹੋਈ ਆ, ਕੋਈ ਉੱਥੇ ਕੋਈ ਐਡੀ ਵੱਡੀ ਇਹ ਗੱਲ ਨਹੀਂ ਸੀ ਜਿਹਨੂੰ ਇਹਨਾਂ ਨੇ ਇੱਕ ਮੁੱਦਾ ਬਣਾ ਲਿਆ। ਸਾਰੇ ਲੋਕਾਂ ਨੇ ਸਾਨੂੰ ਹੱਕ ਆ, ਅਸੀਂ ਗਣਤੰਤਰ ਦਿਵਸ 'ਤੇ ਜਾ ਸਕਦੇ ਹਾਂ। ਉਸੇ ਤਰ੍ਹਾਂ ਹੀ ਸਾਰਾ ਯੂਥ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ ਕੇ ਉੱਥੇ ਗਿਆ। ਚਲੋ ਹੁਣ ਇਹ ਜੋ ਘਟਨਾ ਹੋ ਗਈ, ਪਰ ਉਹਦਾ ਇਹ ਮੁੱਦਾ ਜਿਹੜਾ ਹੁਣ ਗੌਰਮੈਂਟ ਆ ਉਹ ਕਿਸਾਨੀ ਮੁੱਦੇ ਤੋਂ ਜਾਣੀ ਉਹਨਾਂ ਦਾ ਰਾਹ ਭਟਕਾ ਰਹੀ ਹੈ। ਸੋ ਡਟੇ ਰਹੋ। ਦੀਪ ਸਿੱਧੂ ਅਤੇ ਬਾਈ ਲੱਖੇ ਅਤੇ ਜਾਂ ਹੋਰ ਵੀ ਸਾਡੇ ਜਿੰਨੇ ਵੀ ਨੌਜਵਾਨ ਇਸ 26 ਦੀ ਘਟਨਾ ਦਾ ਕਰਕੇ ਅੰਦਰ ਹੈ, ਸਾਡੀ ਕਿਸਾਨ ਜਥੇਬੰਦੀਆਂ ਨੂੰ ਜਾਂ ਹੋਰ ਜਿੰਨੇ ਵੀ ਸਾਡੇ ਆਗੂ ਆ ਇਸ ਅੰਦੋਲਨ ਨੂੰ ਚਲਾ ਰਹੇ, ਇਹੀ ਬੇਨਤੀ ਹੈ ਵੀ ਸਾਰਿਆਂ ਦੀ ਮਦਦ ਕੀਤੀ ਜਾਵੇ ਤਾਂ ਕਿ ਅਗਲੀ ਗੱਲ ਨੂੰ ਜੇ ਕੋਈ ਸੰਘਰਸ਼ ਦੀ ਲੋੜ ਪਵੇ ਤਾਂ ਸਾਰੇ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਲੈਣ। ਸੰਜੀਵ ਸਾਹਿਬ, ਕਿਵੇਂ ਵੇਖਦੇ ਹੋ ਨੈਸ਼ਨਲ ਮੀਡੀਆ ਦੁਆਰਾ 26 ਦੀ ਘਟਨਾ ਨੂੰ ਧਾਰਮਿਕ ਰੰਗਤ ਦੇਣਾ ਕਿੰਨਾ ਕੁ ਸਹੀ? ਕਿਵੇਂ ਵੇਖਦੇ ਹੋ ਘਟਨਾ ਨੂੰ? ਦੇਖੋ ਜੀ, ਆ ਜਿਹੜੀ 26 ਦੀ ਘਟਨਾ ਹੋਈ ਆ, ਇਹ ਸਾਰੀ ਪੁਲਿਸ ਜਿੱਦਾਂ ਸਰਕਾਰ ਅਤੇ ਪੁਲਿਸ ਦੀ ਮਿਲੀ ਭੁਗਤ ਨਾਲ ਹੋਈ ਆ। ਕਿਉਂਕਿ ਦੇਖੋ 26 ਜਨਵਰੀ ਨੂੰ ਜੈਡ ਸਿਕਿਉਰਿਟੀ ਹੁੰਦੀ ਆ, ਅਤੇ ਦੇਖਣ ਵਾਲੀ ਗੱਲ ਹੈ ਵੀ ਉੱਥੇ ਬੰਦੇ ਪਹੁੰਚ ਕਿੱਦਾਂ ਗਏ ਲਾਲ ਕਿਲ੍ਹੇ 'ਤੇ। ਰੂਟ ਸਾਰਾ ਬਾਹਰ ਬਣਾਇਆ ਸੀਗਾ ਜਿਹੜਾ, ਅਤੇ ਉੱਥੇ ਜਾਣ ਕੇ ਉਹਨਾਂ ਨੇ ਪਹੁੰਚਾਏ ਗਏ ਆ ਪੁਲਿਸ ਦੁਆਰਾ। ਅਤੇ ਗੋਦੀ ਮੀਡੀਆ ਵੱਲੋਂ ਇਹ ਖਬਰ ਫੈਲਾਈ ਗਈ ਜੀ ਕਿ ਝੰਡਾ ਉਹਨਾਂ ਨੇ ਲਾ ਕੇ ਤੇ ਸੁੱਟਿਆ। ਕੋਈ ਇੱਦਾਂ ਦੀ ਵੀਡੀਓ ਨਹੀਂ ਆਈ ਹੈਗੀ ਜਿਸ 'ਚ ਝੰਡਾ ਆਪਣਾ ਤਿਰੰਗੇ ਦਾ ਅਪਮਾਨ ਹੋਇਆ ਹੋਵੇ। ਇਹ ਸਿਰਫ ਗੋਦੀ ਮੀਡੀਆ ਦੀ ਚਾਲ ਆ ਜਿਹੜੀ ਉਹਨਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੋਈ ਸਾਹਿਬ, ਕਿਵੇਂ ਵੇਖਦੇ ਹੋ 3 ਮਹੀਨੇ ਦੇ ਅੰਦੋਲਨ ਨੂੰ? 3 ਮਹੀਨਿਆਂ ਦੀ ਗੱਲ ਹੈ ਵੀ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ, ਕਿਉਂਕਿ ਸੰਘਰਸ਼ ਬਹੁਤ ਲੰਬੇ ਚੱਲ ਜਾਂਦੇ ਨੇ। ਰਾਏਕੋਟੀ ਸਾਹਿਬ, ਕਿਵੇਂ ਵੇਖਦੇ ਹੋ ਧਾਰਮਿਕ ਰੰਗਤ ਦੇਣੀ 26 ਦੀ ਘਟਨਾ ਨੂੰ? ਤੇ ਜਿਵੇਂ ਕਿ ਸੰਜੀਵ ਸਵਾਲ ਨੇ ਸਵਾਲ ਚੁੱਕੇ ਨੇ
26 ਦੀ ਘਟਨਾ ਤੋਂ ਬਾਅਦ ਲਾਲ ਕਿਲ੍ਹੇ ਦੀ ਸਿਕਿਉਰਿਟੀ ਤੇ ਕਿਵੇਂ ਵੇਖਦੇ ਹੋ? ਜਿਹੜੀ 26 ਦੀ ਘਟਨਾ ਹੋਈ ਹੈ ਜੀ, ਮੰਦਭਾਗੀ ਘਟਨਾ ਕਹਿੰਦੇ ਆ ਉਹਨੂੰ ਆਪਾਂ। ਤੇ ਮੇਰੇ ਵਿਚਾਰ ਇਹਦੇ ਵਿੱਚ ਇਹ ਹੈ ਵੀ ਆਪਾਂ ਉਹਨਾਂ ਨੂੰ ਕਿਸਾਨੀ ਸੰਘਰਸ਼ ਵੱਲ ਧਿਆਨ ਦਈਏ, ਵੀ ਉਹਨੂੰ ਆਪਾਂ ਧਾਰਮਿਕ ਰੰਗਤ ਨਾ ਦਈਏ ਵੀ ਕੇਸਰੀ ਝੰਡਾ ਚਾੜ੍ਹਦਾ ਉੱਥੇ ਝੰਡਾ ਲਾ ਤੇ ਆਪਾਂ ਉਹ ਚੱਕਰਾਂ 'ਚ ਨਾ ਪਈਏ। ਆਪਾਂ ਅੰਦੋਲਨ ਕਰ ਰਹੇ ਹਾਂ ਆਪਣੀ ਜ਼ਮੀਨਾਂ ਲਈ, ਆਪਣੀ MSP ਲਈ। ਆਪਾਂ ਨੂੰ ਉੱਧਰ ਕੇਂਦਰਿਤ ਹੋਣਾ ਚਾਹੀਦਾ ਹੈਗਾ ਕਿ ਨਾ ਕਿ ਕਿਸੇ ਧਾਰਮਿਕ ਦੇ ਲਈ ਵੀ ਅਸੀਂ ਦਿੱਲੀ 18 ਵਾਰੀ ਜਿੱਤ ਲਈ, ਅਸੀਂ ਐਂ ਕਰ ਲਿਆ, ਵੀ ਅਸੀਂ ਉਹ ਚੱਕਰਾਂ 'ਚ ਨਹੀਂ ਪੈ ਰਹੇ। ਅਸੀਂ ਸਾਡੇ ਭਵਿੱਖ ਲਈ ਅਸੀਂ ਉੱਥੇ ਬੈਠੇ ਹਾਂ। ਜਥੇਬੰਦੀਆਂ ਦਾ ਪੂਰਾ ਸਾਥ ਦਿਓ। ਜਿਵੇਂ ਮੇਰੇ ਵੀਰ ਨੇ, ਵੱਡੇ ਵੀਰ ਨੇ ਕਿਹਾ, ਸ਼ਾਸਤਰੀ ਨੇ, ਕਿ ਉਹਨਾਂ ਦਾ ਐਂ ਹੋ ਗਿਆ, ਲੱਖਾ ਸਿੰਘਾਣੇ ਨੇ ਐਂ ਕਰਤਾ, ਦੀਪ ਸਿੱਧੂ, ਉਹ ਵਧੀਆ ਬੰਦੇ ਆ, ਮੈਂ ਉਹਨਾਂ ਦੇ ਖਿਲਾਫ ਨਹੀਂ ਹੈਗਾ ਗਾ, ਪਰ ਉਹਨਾਂ ਨੂੰ ਰਾਜੇਵਾਲ ਸਾਹਿਬ ਜਾਂ ਹੋਰ ਆਪਣੀ ਜਿਹੜੀ ਜਥੇਬੰਦੀ ਆ ਉਹਨਾਂ ਦੇ ਸਾਥ ਚੱਲਣਾ ਚਾਹੀਦਾ, ਨਾ ਕਿ ਉਹਨਾਂ ਤੋਂ ਵੱਖ ਚੱਲਣਾ ਚਾਹੀਦਾ ਗਾ। ਕਿਉਂਕਿ ਉਹਨਾਂ ਬੰਦਿਆਂ ਦਾ 40-40 ਸਾਲ ਦਾ, 35-35 ਸਾਲਾਂ ਦਾ ਐਕਸਪੀਰੀਅੰਸ ਆ ਖੇਤੀ ਦੇ ਅੰਦੋਲਨ ਨੂੰ ਜੋੜਦੇ ਹੋਏ। ਉਹਨਾਂ ਨੇ ਸਰਕਾਰਾਂ ਦੇਖੀਆਂ ਨੇ ਵੀ ਸਰਕਾਰਾਂ ਕਿਵੇਂ ਦਬਾਉਂਦੀਆਂ ਨੇ, ਕੀ ਉਹਨਾਂ ਦੇ ਚਾਲ ਨੇ। ਉਹ 26 ਤੋਂ ਬਾਅਦ ਆਪਾਂ ਸਾਰਾ ਕੁਝ ਦੇਖਿਆ ਹੈਗਾ ਕਿ ਕਿਵੇਂ ਉਹਨਾਂ ਨੇ ਪਲਾਨ ਕਰਕੇ ਲਾਲ ਕਿਲ੍ਹੇ ਤੱਕ ਪਹੁੰਚਦੇ ਕਰਤੇ ਬੰਦੇ, ਫਿਰ ਉੱਥੇ ਝੰਡੇ ਚਾੜ੍ਹਤੇ ਕਰਤੇ। ਪੁਲਿਸ ਕੁਛ ਵੀ ਨਹੀਂ ਕਰਦੀ ਸੀਗੀ, ਬਾਅਦ 'ਚ ਪੁਲਿਸ ਵੀ ਆ ਗਈ, ਸਾਰਾ ਕੁਛ ਹੋ ਗਿਆ। ਬਾਅਦ 'ਚ ਉਹ ਤੋਂ ਬਾਅਦ ਜਿਵੇਂ ਮੰਨ ਲਓ ਉੱਥੇ ਪਥਰਾਵ ਹੋਏ, ਠੀਕ ਹੈ ਜੀ, ਉਹ ਇੱਕ ਰੰਗਤ ਦੇਣਾ ਚਾਹੁੰਦੀ ਸੀ। ਉਹ ਤੋਂ ਬਾਅਦ ਜਿਹੜੇ ਗਾਜ਼ੀਆਬਾਦ ਬਾਰਡਰ ਦੇ ਉੱਤੇ ਆ ਕੇ ਭੜਕਾਉਣ ਲੱਗ ਗਏ ਯੂਪੀ ਪੁਲਿਸ ਨੇ, ਜਿਵੇਂ ਕੀਤਾ, ਉਹ ਸਾਰਾ ਕੁਛ ਆਪਾਂ ਦੇਖਿਆ ਹੈਗਾ। ਮੇਰੇ ਦੱਸਣ ਦੀ ਲੋੜ ਨਹੀਂ ਹੈਗੀ, ਪਰ ਜਿਹੜਾ ਕੁਛ ਵੀ ਹੋਇਆ ਗਲਤ ਹੋਇਆ। ਆਪਾਂ 26 ਤਰੀਕ ਵਾਲੀ ਘਟਨਾ ਨੂੰ ਗਲਤ ਕਹਿੰਦੇ ਹਾਂ। ਬਿੱਟੂ ਸਾਹਿਬ, ਪੈਚਅਪ ਕਿਵੇਂ ਹੋ ਸਕਦਾ? ਜਿਵੇਂ ਤੁਸੀਂ ਕਿਹਾ ਕਿ ਉਹ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਦੋਵਾਂ ਤੇ ਐਲੀਗੇਸ਼ਨ ਲੈ ਕੇ, ਲੱਖਾ ਤੇ ਦੀਪ ਦੋਵੇਂ ਗਦਾਰ ਦੇ ਐਲੀਗੇਸ਼ਨ ਵੀ ਲੱਗੇ। ਪੈਚਅਪ ਕਿਵੇਂ ਹੋ ਸਕਦਾ? ਕੀ ਕਰਨਾ ਚਾਹੀਦਾ ਇਕੱਠੇ ਹੋਣ ਵਾਸਤੇ? ਇਕੱਠੇ ਹੋਣ ਵਾਸਤੇ ਜੀ ਐਂ ਕਹਿਣਾ ਚਾਹੁੰਦਾ ਗਾ ਮੈਂ ਕਿ ਜੀ, ਜਿਵੇਂ ਉਹ ਵੱਡੇ ਨੇ, ਉਹ ਚਲੋ ਜਵਾਕਾਂ ਵਰਗੇ ਆ ਜੀ ਆਪਣੇ। ਆਪਾਂ ਐਂ ਨਹੀਂ ਕਹਿੰਦੇ ਹੈਗੇ ਵੀ ਜਥੇਬੰਦੀਆਂ ਦੇ ਜਵਾਕਾਂ, ਗਲਤੀ ਹੋ ਜਾਂਦੀ ਆ, ਪਰ ਇਹਨਾਂ ਲਈ ਵੀ ਉਹਨਾਂ ਨੂੰ ਵੀ ਚਾਹੀਦਾ ਵੀ ਥੋੜ੍ਹੇ ਜਿਹੇ ਨੀਵੇਂ ਹੋ ਕੇ ਕਹਿਣ ਵੀ ਹੈ ਨਾ, ਵੀ ਹਾਂ ਵੀ ਸਭ ਤੋਂ ਗਲਤੀ ਹੋ ਗਈ ਆ। ਹਾਂ, ਇਹ ਨਾ ਕਹਿਣ ਵੀ ਨਹੀਂ ਜੀ ਅਸੀਂ ਕੇਸਰੀ ਝੰਡਾ ਚਾੜ੍ਹਤਾ, ਅਸੀਂ ਉਹ ਕਰਤਾ, ਵੀ ਇਹ ਚੀਜ਼ਾਂ ਨਾ ਕਹਿਣ। ਵੀ ਆਪਾਂ ਇੱਕ ਸੰਘਰਸ਼ ਲਈ ਆਏ ਆ, ਆਪਦੇ ਫਿਊਚਰ ਲਈ ਆਏ ਆ। ਬਹੁਤ ਬਹੁਤ ਧੰਨਵਾਦ ਬਿੱਟੂ। ਆਪਾਂ ਲੜੀਏ। ਸੋ ਇਸੇ ਸਵਾਲ ਦਾ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਕਾਮਰੇਡ ਮਨਦੀਪ ਸਿੰਘ ਰੰਧਾਵਾ ਜੁੜ ਚੁੱਕੇ ਨੇ। ਆਓ ਸਵਾਲ ਦਾ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ। 26 ਦੀ ਘਟਨਾ, ਰੰਧਾਵਾ ਸਾਹਿਬ ਕਿਵੇਂ ਵੇਖਦੇ ਹੋ? ਧਾਰਮਿਕ ਰੰਗਤ ਦੇਣੀ ਨੈਸ਼ਨਲ ਮੀਡੀਆ ਦੁਆਰਾ ਤੇ ਇਹ ਮੰਦਭਾਗੀ ਘਟਨਾ ਨੂੰ ਕਿਵੇਂ ਵੇਖਦੇ ਹੋ? ਕਿੰਨਾ ਕੁ ਸਹੀ ਹੈ ਉੱਥੇ ਝੰਡਾ ਲਹਿਰਾਉਣਾ ਜਾਂ ਕਿਸਾਨੀ ਸੰਘਰਸ਼ ਨਾਲ ਜੋੜ ਕੇ ਦੇਖਣਾ ਇਸ ਘਟਨਾ ਨੂੰ? ਸਭ ਤੋਂ ਪਹਿਲਾਂ ਤਾਂ ਕੇਂਸ ਪੰਜਾਬੀ ਨਿਊਜ਼ ਵਾਲਿਆਂ ਦਾ ਬਹੁਤ ਬਹੁਤ ਥੈਂਕ ਯੂ ਕਿ ਸਾਨੂੰ ਸੱਦਿਆ ਇੱਥੇ। ਤੇ 26 ਦੀ ਘਟਨਾ ਨੂੰ ਲੈ ਕੇ ਮੈਂ ਪਹਿਲਾਂ ਵੀ ਕਈ ਵਾਰੀ ਇੱਥੇ ਵਿਚਾਰ ਵਿਅਕਤ ਕੀਤੇ ਹੈ ਕਿ ਇੱਕ ਮੰਦਭਾਗੀ ਘਟਨਾ ਹੀ, ਕਿਉਂਕਿ BJP ਜਿਹੜੀ ਗੌਰਮੈਂਟ ਆ ਉਹ ਤਾਂ ਸ਼ੁਰੂ ਤੋਂ ਪਲਾਨ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਜੋ ਵੀ ਉੱਠਦਾ ਅੰਦੋਲਨ ਨੂੰ ਦਬਾਇਆ ਕਿੱਦਾਂ ਜਾਏ। ਇੱਕ ਹਿਸਟਰੀ ਤੁਹਾਨੂੰ ਇਹਦੇ ਲਈ ਹਿਸਟਰੀ ਵੇਖਣੀ ਪਏਗੀ ਕਿ ਜਿਵੇਂ ਜਾਟ ਅੰਦੋਲਨ ਹੋਇਆ ਅਤੇ ਹਰਿਆਣਾ ਦੇ ਵਿੱਚ ਕਾਫੀ ਸਿਖਰ 'ਤੇ ਚੱਲ ਰਿਹਾ ਹੈ, ਅਤੇ ਉਸ ਨੂੰ ਦਬਾਉਣ ਲਈ ਵੀ ਉਹਨੇ ਗਲਤ ਅਨਸਰਾਂ ਨੂੰ ਵਿੱਚ ਵਾੜ ਕੇ ਉਹਨੂੰ ਇੱਕ ਜਿਹੜਾ ਕਿ ਹਿੰਸਕ ਉਹਨੂੰ ਰੰਗ ਦਿੱਤਾ, ਅਤੇ ਉਹਦੇ ਨਾਲ ਕਰਕੇ ਜਿਹੜੀ ਆ ਉਹ ਅੰਦੋਲਨ ਖਰਾਬ ਹੋਇਆ ਔਰ ਪੂਰੀ ਤਰ੍ਹਾਂ ਬਦਨਾਮ ਹੋਇਆ। ਬਦਨਾਮ ਹੋਣ ਦਾ ਕਰਕੇ ਅੰਦੋਲਨ ਖਤਮ ਹੋਇਆ, ਕਿਸੇ ਦੇ ਕਿਨਾਰੇ ਨਹੀਂ ਲੱਗ ਸਕਿਆ। ਅਤੇ ਉਸ ਤੋਂ ਅਗਲੇ ਫਿਰ NRC ਜੋ ਚੱਲ ਰਿਹਾ ਸੀ, ਅਤੇ ਉਹਦੇ ਵਿੱਚ ਵੀ ਉਹਨਾਂ ਨੇ ਜਿੱਦਾਂ ਕਪਿਲ ਮਿਸ਼ਰਾ ਰਾਹੀਂ ਜਾਂ ਹੋਰ ਲੋਕਾਂ ਨੂੰ ਵਿੱਚ ਵਾੜ ਕੇ ਉਹਨਾਂ ਨੇ ਇੱਕ ਉਹਨੂੰ ਵੀ ਦੰਗਿਆਂ ਦਾ ਇੱਕ ਰੰਗ ਦਿੱਤਾ, ਅਤੇ ਰੰਗ ਦੇਣ ਤੋਂ ਬਾਅਦ ਉਹ ਬਦਨਾਮ ਕੀਤਾ ਉਹਨੂੰ। ਉਸ ਤੋਂ ਬਾਅਦ ਜਿਹੜਾ ਕਸੂਰ ਕਿਸੇ ਦਾ ਸੀ, ਫਿਰ ਉਹਨਾਂ ਦੇ ਲੋਕਾਂ ਨੂੰ ਹੀ ਫੜ ਕੇ ਉਹਨਾਂ ਨੇ ਅੰਦਰ ਕੀਤਾ, ਅਤੇ ਉਸ ਤਰੀਕੇ ਨਾਲ ਉਹਨਾਂ ਨੇ ਉਹ ਅੰਦੋਲਨ ਨੂੰ ਵੀ ਖਤਮ ਕਰ ਦਿੱਤਾ, ਖੇਰੂ ਕਰ ਦਿੱਤਾ। ਇਸ ਤੋਂ ਬਾਅਦ ਹੀ ਇਹਨਾਂ ਸੋਚਿਆ ਕਿ ਕਿਸਾਨ ਅੰਦੋਲਨ ਨੂੰ ਕਿੱਦਾਂ ਦਬਾਇਆ ਜਾਏ। ਫਿਰ ਉਹਨਾਂ ਨੇ ਜਿੱਦਾਂ ਲੇਖਣੇ ਹੁੰਦੇ ਆਪਣੇ ਬੰਦੇ ਛੱਡਣੇ ਜਾਂ ਕਿੱਦਾਂ ਕਰਕੇ ਉਹਨਾਂ ਪੁਲਿਸ ਨੂੰ ਨਾਲ ਲਿਆ, ਸਾਥ ਲਾਏ, ਕੁਛ ਲੋਕਾਂ ਨੂੰ ਭੜਕਾ ਕੇ ਵਿੱਚ ਉਹਨਾਂ ਦੇ ਵਿੱਚ ਗਲਤ ਫਹਿਮੀਆਂ ਫੈਲਾ ਕੇ ਉਹਨਾਂ ਨੂੰ ਅਤੇ ਅੱਗੇ ਲੈ ਗਏ। ਜਦੋਂ ਅੱਗੇ ਲੈਣ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਉਹ ਹੋ ਗਿਆ ਜੋ ਚਾਹੁੰਦੇ ਸੀ ਉਹ ਹੋ ਗਿਆ। ਇੱਕ ਜੋ ਵੀ ਝੰਡਾ ਲਹਿਰਾਉਣਾ ਚਾਹੁੰਦੇ ਸੀ ਜਾਂ ਜਿੱਦਾਂ ਕਿ ਉਹਨੂੰ ਧਾਰਮਿਕ ਰੰਗ ਦਿੱਤਾ ਜਾਏ, ਅਤੇ ਉਸ ਤੋਂ ਬਾਅਦ ਉਹਨਾਂ ਹੋਇਆ। ਤੋ ਉਸ ਤੋਂ ਬਾਅਦ ਜਿਹੜੇ ਅਗਲੇ ਹੁਣੇ ਸੀ ਪ੍ਰਭਾਵ ਪੈਣੇ ਸੀ ਉਹਦੇ ਗਲਤ ਪ੍ਰਭਾਵ, ਚਲੋ ਜਿਹੜੇ ਥੋੜ੍ਹੇ ਬਹੁਤ ਲੋਕਾਂ ਦਾ ਡਿਮੋਰਲਾਈਜ਼ ਹੋਏ ਉਹ ਤੇ ਉਹਨਾਂ ਨੇ ਜਿਹੜਾ ਜਿਵੇਂ ਗਾਜੀਪੁਰ ਬਾਰਡਰ 'ਤੇ ਲਿਆ ਕੇ ਉਹਨਾਂ ਨੇ ਬੰਦੇ ਖੜ੍ਹੇ ਕੀਤੇ, ਉਹਨਾਂ ਦੇ ਵਿਧਾਇਕ ਵੀ ਆਏ ਜਿਹੜੇ ਬੰਦੇ ਲੈ ਕੇ 1000 ਆਏ ਉੱਥੇ। ਔਰ ਉਹ ਜਿਹੜੇ ਲੋਕ ਸੀ ਕਿ ਉੱਥੋਂ ਜਿਹੜੇ ਥੋੜ੍ਹੇ ਬਹੁਤ ਲੋਕ ਰਹਿ ਗਏ ਸੀ, ਉਹਨਾਂ ਰਕੇਸ਼ ਟਕੈਤ ਨੂੰ ਪਲੈਨਿੰਗ ਬਣਾਈ ਕਿ ਰਕੇਸ਼ ਟਕੈਤ ਨੂੰ ਗ੍ਰਿਫਤਾਰ ਕੀਤਾ ਜਾਏ। ਔਰ ਉਸ ਤੋਂ ਬਾਅਦ ਜਿਹੜੇ ਥੋੜ੍ਹੇ ਬਹੁਤ ਲੋਕ ਰਹਿ ਜਾਣਗੇ, ਕੁਈਆਂ ਨੂੰ ਗ੍ਰਿਫਤਾਰ ਕੀਤਾ ਜਾਏ। ਕੁਛ ਲੋਕਾਂ ਨੂੰ ਮਾਰਨ ਦੀ ਪਲੈਨਿੰਗ ਸੀ, ਹੋ ਸਕਦਾ ਉਹਨਾਂ ਨੂੰ ਮਾਰ ਦਿੰਦੇ ਜਾਂ ਕੁਛ ਵੀ ਕਰ ਦਿੰਦੇ, ਅਤੇ ਉਹਦੀ ਘਟਨਾ ਕਰਕੇ ਫਿਰ ਉਹ ਜਿਹੜਾ ਉਹਨੂੰ ਹੀ ਕਿ ਉਹ ਧਾਰਮਿਕ ਰੰਗਤ ਜਿਹੜੀ ਆਉਣੀ ਸੀ ਉਹਨੂੰ, ਕਿ ਜੇ ਸਿੱਖ ਲੋਕ ਮਰਦੇ ਤਾਂ ਉਹਨਾਂ ਨੇ ਫਿਰ ਸਿੱਖਾਂ ਨੇ ਕਹਿਣਾ ਕਿ ਜੀ ਸਾਡੇ ਮਰ ਗਏ, ਅਤੇ ਉਹਨਾਂ ਦਾ ਅਟੈਕ ਕਰਨਾ ਸੀ।
ਤੇ ਫਿਰ ਉਹਨਾਂ ਦੇ ਅਟੈਕ ਦੇ ਆਪਸੀ ਧਾਰਮਿਕ ਰੰਗਤ ਕਰਦਿਆਂ ਇਹ ਧਾਰਮਿਕ ਦੰਗੇ ਫੈਲਣੇ ਸੀ ਜੋ 84 ਦੇ ਵਿੱਚ ਕਾਂਗਰਸ ਨੇ ਕਰਨ ਦੀ ਕੋਸ਼ਿਸ਼ ਕੀਤੀ, ਉਹੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਹਨੂੰ ਬਹੁਤ ਰਕੇਸ਼ ਸ਼ਿਕਾਇਤ ਨੇ ਇਹ ਤੁਸੀਂ ਕਹਿ ਸਕਦੇ ਕਿ 26 ਦੀ ਘਟਨਾ ਦਾ ਜਿਹੜਾ ਮੰਦਭਾਗਾ ਜਿਹੜਾ ਸੀ ਨਾ ਹੋਣ ਤੋਂ ਉਹਨੇ ਬਚਾਇਆ। ਔਰ ਉਹ ਜਿਹੜੇ ਉਹਦੇ ਅਥਰੂ ਆ ਉਹਦੇ ਦਿਲੋਂ ਨਿਕਲੇ ਕਿ ਲੋਕਾਂ ਦੇ ਪ੍ਰਤੀ ਕਿ ਮੇਰੇ ਲੋਕ ਵੀ ਮਰ ਰਹੇ ਨੇ, ਅੰਦੋਲਨ ਤੇ ਖਤਮ ਹੋ ਰਹੇ ਨਾਲ ਲੋਕ ਵੀ ਮਰ ਰਹੇ ਨੇ। ਤੇ ਇਹ ਘਟਨਾ ਜਿਹੜੀ ਆ ਕਾਫੀ ਮੰਦਭਾਗੀ ਉਦਣ ਹੋਈ ਆ। ਅਗਲਾ ਸਵਾਲ ਢਿੱਲੋਂ ਸਾਹਿਬ, 26 ਦੀ ਘਟਨਾ ਤੋਂ ਬਾਅਦ ਜਿਵੇਂ ਸਰਕਾਰ ਨੇ ਖਿਡਾਰੀਆਂ ਜਾਂ ਸੈਲੀਬ੍ਰਿਟੀਆਂ ਉੱਤੇ ਪ੍ਰੈਸ਼ਰ ਪਾ ਕੇ ਉਹਨਾਂ ਤੋਂ ਟਵੀਟ ਕਰਵਾਇਆ ਸਰਕਾਰ ਦੇ ਹੱਕ ਵਿੱਚ, ਕਿਵੇਂ ਵੇਖਦੇ ਹੋ ਉਹਨਾਂ ਦੀ ਕਾਰਜਗੁਜ਼ਾਰੀ ਨੂੰ, ਖਿਡਾਰੀਆਂ ਦੀ ਤੇ ਕਲਾਕਾਰਾਂ ਦੀ ਨੂੰ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ? ਕਿ ਸਰਕਾਰ ਦਾ ਪ੍ਰੈਸ਼ਰ ਸੀ ਜਾਂ ਉਹਨਾਂ ਦੇ ਨਿੱਜੀ ਵਿਚਾਰ ਸੀ? ਨਹੀਂ, ਆਪਣਾ ਜੀ ਬੀਜੇਪੀ ਸਰਕਾਰ ਦਾ ਜਿਵੇਂ ਆਪਣੇ ਸਾਰਿਆਂ ਨੂੰ ਪਤਾ ਵੀ ਬੀਜੇਪੀ ਸਰਕਾਰ ਹਰੇਕ ਸੈਕਟਰ 'ਚ ਡੋਮੀਨੈਂਟ ਆ। ਬੀਜੇਪੀ ਸਰਕਾਰ ਫਿਲਮੀ ਇੰਡਸਟਰੀ 'ਚ ਵੀ ਡੋਮੀਨੈਂਟ ਆ। ਅਮਿਤ ਸ਼ਾਹ ਦਾ ਮੁੰਡਾ ICC ਦਾ ਇੰਡੀਅਨ ਕ੍ਰਿਕਟ ਕੰਟਰੋਲ ਬੋਰਡ ਦਾ ਪ੍ਰੈਜ਼ੀਡੈਂਟ ਆ। ਤਾਂ ਮੇਰੇ ਹਿਸਾਬ ਨਾਲ ਵੀ ਇਹ ਜਿਹੜੇ ਜੋ ਵੀ ਖਿਡਾਰੀਆਂ ਨੇ ਅਤੇ ਫਿਲਮੀ ਸਿਤਾਰਿਆਂ ਨੇ ਜਿਹੜੇ ਟਵੀਟ ਕੀਤੇ ਆ, ਇਹ ਕਿਸੇ ਨਾ ਕਿਸੇ ਪ੍ਰਭਾਵ ਬੀਜੇਪੀ ਦੇ ਪ੍ਰਭਾਵ ਹੇਠ ਕੀਤੇ ਆ। ਅਤੇ ਮੈਂ ਇਹਨਾਂ ਨੂੰ ਕੋਈ ਇੱਕ ਖੁੱਲ੍ਹੇ ਵਿਚਾਰ ਨਹੀਂ ਮੰਨਦਾ ਉਹਨਾਂ ਦੇ ਵੀ ਉਹ ਉਹਨਾਂ ਦੇ ਸਹੀ ਵਿਚਾਰ ਆਏ। ਸਿੱਧੂ ਸਾਹਿਬ, ਕਿੰਨੇ ਕੁ ਸਹਿਮਤ ਹੋ ਤੁਸੀਂ ਢਿੱਲੋਂ ਸਾਹਿਬ ਦੇ ਵਿਚਾਰਾਂ ਦੇ ਨਾਲ? ਬਿਲਕੁਲ ਜੀ, ਬਾਈ ਜੀ ਨੇ ਬਹੁਤ ਵਧੀਆ ਐਕਸਪਲੇਨ ਕਰਿਆ ਵਾ। ਕਿਉਂਕਿ ਜਦੋਂ ਗੌਰਮੈਂਟ ਤਾਕਤ ਦੇ ਵਿੱਚ ਹੁੰਦੀ ਆ, ਪਰ ਜਿੱਥੋਂ ਤੱਕ ਉਹਨਾਂ ਦੀ ਬਾਹ ਹੁੰਦੀ ਆ ਉਹ ਆਪਣਾ ਪ੍ਰੈਸ਼ਰ ਤਾਂ ਜ਼ਰੂਰ ਪਾਉਂਦੀ ਹੈ। ਅਤੇ ਇਹੀ ਗੱਲ ਆ ਵੀ ਕ੍ਰਿਕਟ ਦੇ ਵਿੱਚ ਉਹਨਾਂ ਨੇ ਅੱਗੇ ਗਾਂ ਮੈਚ ਖੇਡਣੇ, ਗਾ ਟੀਮ ਦੇ ਵਿੱਚ ਸਿਲੈਕਟ ਕਰਾਉਣਾ, ਅਤੇ ਇਹ ਚੀਜ਼ਾਂ ਦਾ ਪ੍ਰਭਾਵ ਤਾਂ ਪੈਂਦਾ ਹੀ ਆ। ਸੋ ਉਹਨਾਂ ਨੂੰ ਵੀ ਇਹ ਆ ਜਿੰਨੇ ਬੰਦੇ ਵੱਧ ਤੋਂ ਵੱਧ ਫੇਮਸ ਸਾਡੇ ਹੱਕ ਦੇ ਵਿੱਚ ਕੋਈ ਗੱਲ ਕਹਿਣਗੇ ਤਾਂ ਸ਼ਾਇਦ ਇਸ ਅੰਦੋਲਨ ਨੂੰ ਕੋਈ ਫਰਕ ਪਊਗਾ। ਸਰਕਾਰ ਵੀ ਦਿਨੋਂ ਦਿਨ ਆਪਣਾ ਜਿਹੜਾ ਪ੍ਰੈਸ਼ਰ ਆ ਪਲੇਅਰਾਂ 'ਤੇ ਫਿਲਮੀ ਸਿਤਾਰਿਆਂ 'ਤੇ ਪਾ ਰਹੀ ਆ। ਦੇਖੋ ਜੀ, ਉਹ ਆਪਣੇ ਰਿਆਨਾ ਨੇ ਟਵੀਟ ਕੀਤਾ, ਇੱਕ ਕਿਸਾਨਾਂ ਪ੍ਰਤੀ ਸਿੰਪਥੀ ਦਿਖਾਈ ਉਹਨੇ ਕਿ ਮਤਲਬ ਇਹ ਜੋ ਵੀ ਹੋ ਰਿਹਾ ਕਿਸਾਨਾਂ ਦੇ ਨਾਲ ਗਲਤ ਹੋ ਰਿਹਾ, ਪਰ ਸਰਕਾਰ ਨੇ ਪੂਰੇ ਖਿਡਾਰੀਆਂ 'ਤੇ ਆਪਣੇ ਜਿਹੜੇ ਹੀਰੋ ਆ ਐਕਟਰ ਨੇ ਸਾਰੇ ਜਿਹੜੇ ਕੀ ਨਾਂ ਉਹਦਾ ਕੰਗਨਾ ਰਣੌਤ, ਉਹਨੇ ਅੱਤਵਾਦੀ ਦੱਸਤਾ ਕਿਸਾਨਾਂ ਨੂੰ। ਦੱਸੋ 3 ਮਹੀਨੇ ਹੋ ਗਏ ਠੰਡ ਦੇ ਵਿੱਚ ਵਿਚਾਰੇ ਬੈਠੇ ਉੱਥੇ ਸਾਰਾ ਆਪਣਾ ਕਰਦੇ ਪਏ ਆ। ਇੱਕ ਸ਼ਾਂਤਮਈ ਮਾਹੌਲ ਸ਼ਾਂਤਮਈ ਅੰਦੋਲਨ ਚੱਲਦਾ ਪਿਆ ਸੀ, ਪਰ ਉਹਨਾਂ ਨੂੰ ਅੱਤਵਾਦੀ ਦੱਸਿਆ ਜਾ ਰਿਹਾ, ਜਿਹੜਾ ਕਿ ਬਹੁਤ ਹੀ ਗਲਤ ਹੈ, ਬਹੁਤ ਹੀ ਮੰਦਭਾਗਾ ਹੈ ਜੀ। ਕਿਵੇਂ ਵੇਖਦੇ ਹੋ ਅੰਤਰਰਾਸ਼ਟਰੀ ਸਿਤਾਰਿਆਂ ਦਾ ਕਿਸਾਨੀ ਹੱਕ ਦੇ ਵਿੱਚ ਬੋਲਣਾ, ਕਿਵੇਂ ਵੇਖਦੇ ਹੋ? ਇਹ ਜੋ ਸਾਰਾ ਕੁਝ ਸਰਕਾਰ ਨੇ ਆਪਣੇ ਅੰਡਰ ਕੀਤਾ ਹੋਇਆ, ਜੋ ਬੀਜੇਪੀ ਸਰਕਾਰ ਆ ਇਹਨੇ ਸਾਰਾ ਕੁਝ ਆਪਣੇ ਅੰਡਰ ਕਰ ਲਿਆ, ਸਾਰਾ ਕੁਝ ਖਰੀਦ ਲਿਆ। ਜੋ ਦੇਸ਼ ਦੀ ਪ੍ਰਾਪਰਟੀ ਉਹ ਪਹਿਲਾਂ ਵੇਚ ਚੁੱਕੇ ਆ। ਆਲਮੋਸਟ ਸਾਰਾ ਦੇਸ਼ ਆਪਣਾ ਵਿਕਣ 'ਤੇ ਆਇਆ। ਉੱਧਰੋਂ ਇਹਨਾਂ ਨੇ ਜੋ ਬਾਲੀਵੁੱਡ ਵਾਲੇ ਆ ਉਹ ਰਿਹਾਨਾ ਦੇ ਟਵੀਟ ਤੋਂ ਬਾਅਦ 'ਚ ਉੱਠਿਆ, ਪਰ ਜਦੋਂ ਆਪਣੇ ਕਿਸਾਨ ਮਰੇ ਆ 200 ਤੋਂ ਵੱਧ ਸ਼ਹੀਦ ਹੋ ਗਏ ਉੱਥੇ। ਹੁਣ ਵੀ ਰੋਜ਼ ਕੋਈ ਨਾ ਕੋਈ ਉੱਥੋਂ ਸ਼ਹੀਦੀ ਦੀ ਖਬਰ ਆਉਂਦੀ ਰਹਿੰਦੀ ਆ। ਉਦੋਂ ਉਹਨਾਂ ਨੇ ਇੱਕ ਵੀ ਗੱਲ ਨਹੀਂ ਕੀਤੀ ਉਹਨਾਂ ਦੇ ਕਿਸਾਨਾਂ ਦੇ ਪੱਖ ਦੇ ਵਿੱਚ। ਬਟ ਜਦੋਂ ਰਿਹਾਨਾ ਬੋਲੀ ਉਦੋਂ ਕਹਿੰਦੇ ਵੀ ਇਹ ਸਾਡੇ ਦੇਸ਼ ਦਾ ਪਰਸਨਲ ਮਸਲਾ। ਇਹਦਾ ਮਤਲਬ ਆ ਵੀ ਬੀਜੇਪੀ ਨੇ ਉਹਨਾਂ ਨੂੰ ਖਰੀਦਿਆ ਹੋਇਆ, ਕਹਿ ਕੇ ਉਹਨਾਂ ਤੋਂ ਪ੍ਰੈਸ਼ਰ ਦੇ ਨਾਲ ਕਰਾਇਆ, ਪਰ ਉਹਨਾਂ ਨੇ ਵੀ ਆਪਣੀਆਂ ਜ਼ਮੀਰਾਂ ਵੇਚ ਕੇ ਫਿਰ ਉਹ ਟਵੀਟ ਕੀਤੇ ਆ। ਉਹਨਾਂ ਨੇ ਉੱਦਾਂ ਕਿਸਾਨਾਂ ਦੇ ਹੱਕ 'ਚ ਜਾਂ ਕੋਈ ਆਪਣਾ ਟਵੀਟ ਨਹੀਂ ਕੀਤਾ। ਸੋਈ ਸਾਹਿਬ, ਦੇਖੋ ਜੀ, ਜਿਹੜੇ ਵੀ ਕੋਈ ਕਲਾਕਾਰ ਨੇ ਜਾਂ ਖਿਡਾਰੀ ਨੇ ਸਰਕਾਰ ਦੇ ਹੱਕ 'ਚ ਬੋਲ ਰਹੇ ਨੇ, ਉਹਨਾਂ ਦੀ ਸੋਚ ਹੁੰਦੀ ਹੈ ਵੀ ਜੇ ਖਿਡਾਰੀ ਤੇ ਸਰਕਾਰ ਬੋਲੂ ਤਾਂ ਖਿਡਾਰੀ ਜਾਂ ਕਲਾਕਾਰ ਬੋਲਣਗੇ, ਉਹਨਾਂ ਦੇ ਬਹੁਤ ਜ਼ਿਆਦਾ ਫੈਨਸ ਹੁੰਦੇ ਨੇ, ਉਹਨੂੰ ਚਾਹਣ ਵਾਲੇ ਹੁੰਦੇ ਨੇ। ਉਹਨਾਂ ਦੇ ਜਿਹੜੇ ਚਾਹਣ ਵਾਲੇ ਨੇ ਉਹ ਵੀ ਸਰਕਾਰ ਦੇ ਹੱਕ 'ਚ ਆਉਣਗੇ। ਇਹ ਇੱਕ ਉਹਨਾਂ ਦੀ ਚਾਲ ਹੈ, ਸੋਚ ਹੈ, ਜਾਂ ਕੁਝ ਵੀ ਕਹਿ ਸਕਦੇ ਹਾਂ ਆਪਾਂ। ਹਾਂਜੀ, ਇਹ ਸਾਰਾ ਕੁਝ ਮਿੱਥਿਆ, ਸਾਰਾ ਕੁਝ ਪਤਾ ਹੀ ਹੈ ਜੀ। ਸਰਕਾਰਾਂ ਦਾ ਹੱਥ ਹੁੰਦਾ ਇਹਨਾਂ ਵਿੱਚ, ਅਤੇ ਉਹ ਸਾਰੇ ਕੁਝ ਉਹਨਾਂ ਦੇ ਪ੍ਰੈਸ਼ਰਾਈਜ਼ ਨੇ। ਜਿਹੜਾ ਕੋਈ ਸਰਕਾਰ ਕਹੂਗੀ ਉਹ ਕਰਨਗੇ। ਸਰਕਾਰ ਦੇ ਨਾਲ ਨਾਲ ਉਹਨਾਂ ਦੀ ਸਪੌਂਸਰਾਂ ਜਿਹੜੀਆਂ ਨੇ, ਅਤੇ ਉਹ ਵੀ ਉਹਨਾਂ ਨਾਲ ਬਹੁਤ ਸਾਥ ਦਿੰਦੀਆਂ ਨੇ। ਸਪੌਂਸਰਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈਗਾ। ਸਪੌਂਸਰਾਂ ਦੇ ਨਾਲ ਸਰਕਾਰ ਵੀ ਨਾਲ ਹੀ ਹੈ ਸਪੌਂਸਰਾਂ ਦੇ, ਅਤੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਇੱਥੇ ਇਸ ਮੰਚ ਦੇ ਉੱਤੇ, ਆਪਾਂ ਸਾਰਿਆਂ ਨੂੰ ਪਤਾ ਹੀ ਹੈ। ਸੋ ਦਰਸ਼ਕਾਂ ਦੇ ਵੱਖ-ਵੱਖ ਸਵਾਲ ਵੀ ਆਏ ਨੇ। ਸਭ ਤੋਂ ਜ਼ਿਆਦਾ ਸਵਾਲ ਜਿਹੜੇ ਆਏ ਨੇ ਉਹ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੂੰ ਲੈ ਕੇ ਆਏ ਨੇ। ਸੋ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਦੀ ਕਾਰਗੁਜ਼ਾਰੀ ਬਾਰੇ ਆਪਾਂ ਸਰਦਾਰ ਕਾਮਰੇਡ ਮਨਦੀਪ ਸਿੰਘ ਰੰਧਾਵਾ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਰੰਧਾਵਾ ਸਾਹਿਬ, ਦੀਪ ਸਿੱਧੂ ਦੀ ਕਿਸਾਨੀ ਸੰਘਰਸ਼ ਦੇ ਕਾਰਗੁਜ਼ਾਰੀ ਬਾਰੇ ਕੀ ਖਿਆਲ ਹੈ ਤੁਹਾਡਾ? ਕਿਵੇਂ ਦੇਖਦੇ ਹੋ? ਦੇਖੋ, ਦੀਪ ਸਿੱਧੂ ਦੇ ਬਾਰੇ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਦੀਪ ਸਿੱਧੂ ਨੇ ਸ਼ੁਰੂ ਤੋਂ ਹੀ, ਜਦੋਂ ਇਹ ਕਿਸਾਨ ਅੰਦੋਲਨ ਜਦੋਂ ਸ਼ੁਰੂ ਹੋਇਆ, ਖਾਸ ਤੌਰ 'ਤੇ ਜਦੋਂ ਸ਼ੰਭੂ ਮੋਰਚਾ ਲਾਇਆ ਹੈ, ਉਹ ਕਾਫੀ ਕਲਾਕਾਰ ਵੀ ਆਏ, ਉਹ ਸਾਰਾ ਇੱਕ ਵਰਗ ਪੰਜਾਬ ਦਾ
ਬਹੁਤ ਵੱਡਾ ਵਰਗ ਇਕੱਠਾ ਹੋ ਕੇ ਆਇਆ ਹੈ। ਅਤੇ ਉਹਨੇ ਉਸ ਤੋਂ ਬਾਅਦ ਇੱਕ ਜਿਹੜਾ ਨਾਟਕ ਕਰਨਾ ਕਿ ਮੈਨੂੰ ਕਿਸੇ RSS ਦੇ ਵੱਡੇ ਲੀਡਰ ਦਾ ਫੋਨ ਆਇਆ ਜੀ, ਮੈਂ RSS ਦੇ ਵੱਡੇ ਲੀਡਰ ਦਾ ਫੋਨ ਆਇਆ ਹੈ ਅਤੇ ਮੈਂ ਉਹ ਤੁਹਾਨੂੰ ਦੱਸਣਾ ਚਾਹੂੰਗਾ ਬਹੁਤ ਵੱਡਾ ਖੁਲਾਸਾ। ਕਿਸੇ ਨਾ ਕਿਤੇ ਆਪਣੇ ਆਪ ਨੂੰ ਇੱਕ ਲੀਡਰਸ਼ਿਪ 'ਚ ਲਿਆਉਣ ਲਈ, ਲੋਕਾਂ ਦੀ ਅੱਖਾਂ ਅੱਗੇ ਲਿਆਉਣ ਲਈ ਆਪਣੇ ਆਪ ਨੂੰ ਉਹਨੇ ਪੇਸ਼ ਕੀਤਾ। ਔਰ ਉਸ ਤੋਂ ਬਾਅਦ ਜਦੋਂ ਇਹ ਸਭ ਕੁਝ ਚੱਲ ਰਿਹਾ ਹੈ ਕਿ ਉਹਨੇ ਆਖਿਆ ਕਿ ਮੈਂ ਆਪਣੇ ਆਪ ਨੂੰ ਵੱਖਰਾ ਫਿਰ ਲੀਡਰ ਕਿੱਦਾਂ ਸ਼ੋਅ ਕਰਾਂਗਾ। ਉਸ ਤੋਂ ਬਾਅਦ ਉਹਨੇ ਕਿਸਾਨ ਜਥੇਬੰਦੀਆਂ ਤੋਂ ਹਟ ਕੇ ਇੱਕ ਆਪਣੀ ਸਟੇਜ ਲਾਉਣੀ ਅਤੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ 'ਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨਾ। ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਤੋਂ ਬਾਅਦ ਮੁੱਦੇ ਲੈ ਕੇ ਆਉਣਾ, ਕਿਉਂਕਿ ਜਦੋਂ ਆਪਾਂ ਇੱਕ ਟੀਚਾ ਲੈ ਕੇ ਚੱਲਦੇ ਹਾਂ ਨਾ, ਤਾਂ ਉਹਦੇ 'ਚ ਆਪਾਂ ਲੋਕਾਂ ਨੂੰ ਜੋੜਨਾ ਹੁੰਦਾ। ਜਦੋਂ ਕੋਈ ਆਪਾਂ ਅੰਦੋਲਨ ਚੱਲਦੇ ਹਾਂ, ਕੁਛ ਜੋੜਨਾ ਹੁੰਦਾ ਕਿ ਜਿਨ੍ਹਾਂ ਨੂੰ ਲੋਕਾਂ ਨੂੰ ਨਾਲ ਜੋੜਿਆ ਜਾਏ, ਉਹਨਾਂ ਹੀ ਜੋੜਨਾ ਹੁੰਦਾ। ਪਰ ਉਹਨੇ ਸੋਸ਼ਲ ਮੀਡੀਆ ਜਦੋਂ ਕਰਕੇ ਸ਼ੁਰੂ ਤੋਂ ਇਹ ਮੁੱਦੇ ਨੂੰ ਜਿਹੜਾ ਉਹਨੇ ਇੱਕ ਪੰਜਾਬ ਦੇ ਲੈਵਲ 'ਤੇ ਰੱਖਣ ਦੀ ਕੋਸ਼ਿਸ਼ ਕੀਤੀ ਕਿ ਇਹ ਕਿਤੇ ਨੈਸ਼ਨਲ ਲੈਵਲ 'ਤੇ ਨਾ ਚਲਾ ਜਾਏ, ਕਿ ਇਹਨਾਂ ਕੋਲ ਪਲਾਨ B ਨਹੀਂ ਹੈ ਜੀ, ਇਹ ਉਹ ਨਹੀਂ ਹੈਗਾ। ਜਥੇਬੰਦੀਆਂ ਦਾ ਸ਼ੁਰੂ ਤੋਂ ਹੀ ਟਾਰਗੇਟ ਉਹਨੇ ਕਰਨਾ ਸ਼ੁਰੂ ਕੀਤਾ ਕਿ ਜਥੇਬੰਦੀਆਂ ਨਾਲ ਨਹੀਂ ਉਹ ਚੱਲ ਰਿਹਾ ਸ਼ੁਰੂ ਤੋਂ। ਉਹਦਾ ਇਹ ਮਕਸਦ ਸੀ ਕਿ ਇਹ ਜਿਹੜਾ ਵੀ ਅੰਦੋਲਨ ਚੱਲ ਰਿਹਾ ਹੈ ਇਹਦੇ ਨਾਲ ਲੋਕ ਨਾ ਜੁੜਨ। ਅਤੇ ਜਦੋਂ ਇਹ ਉਸ ਤੋਂ ਬਾਅਦ ਵੀ ਲੋਕ ਕਿਸਾਨ ਜਥੇਬੰਦੀਆਂ ਦੀ ਆਪਣੀ ਚੱਲਦੀ ਰਹੀ ਹੈ, ਲੋਕਾਂ ਦੇ ਵਿੱਚ ਮੁਹਿੰਮ ਚੱਲਦੀ ਰਹੀ ਹੈ, ਅਤੇ ਉਹ ਜਿਹੜੇ ਆ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਨੂੰ ਕਾਫੀ ਅੱਗੇ ਜਦੋਂ ਲੈ ਗਏ। ਅਤੇ ਫਿਰ ਉਸ ਤੋਂ ਬਾਅਦ ਜਦੋਂ ਦਿੱਲੀ ਵੀ ਚਲੇ ਗਏ ਆ, ਦਿੱਲੀ ਇਹਨੂੰ ਜਥੇਬੰਦੀਆਂ ਨੇ ਇਹਨੂੰ ਬੋਲਣ ਨਹੀਂ ਦਿੱਤਾ ਜਦੋਂ ਸਟੇਜ ਤੋਂ, ਕਿ ਉਹਨਾਂ ਨੇ ਇਹਦੀ ਹੋ ਸਕਦਾ ਮਨਸ਼ਾ ਉਹਨਾਂ ਨੂੰ ਪਹਿਲਾਂ ਪਤਾ ਉਹ ਸਿਆਣੇ ਲੀਡਰਸ਼ਿਪ ਆ। ਅਤੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ 'ਤੇ ਸੋਸ਼ਲ ਮੀਡੀਆ ਦਾ ਜਿਹੜਾ ਅਦਾਰਾ ਇਹਦਾ ਪੱਖੀ ਜਾਂ ਸਰਕਾਰ ਪੱਖੀ ਜਾਂ ਕਿਸ ਤਰੀਕੇ 'ਤੇ ਵੀ ਇਹਨੂੰ ਤਾਂ ਵੀ ਉਹਨਾਂ ਨੇ ਇਹਨੂੰ ਇੱਕ ਸੁਰਖੀਆਂ ਦੇ ਵਿੱਚ ਰੱਖਿਆ। ਇਹਨੂੰ ਇੱਕ ਐਜ ਏ ਲੀਡਰਸ਼ਿਪ ਉਹਨਾਂ ਨੇ ਇਹਨੂੰ ਰੱਖਿਆ ਕਿ ਇਹਨੂੰ ਲੀਡਰਸ਼ਿਪ ਦੇ ਤੌਰ 'ਤੇ ਪੇਸ਼ ਕੀਤਾ ਜਾਏ ਨੌਜਵਾਨਾਂ ਦੇ ਵਿੱਚ। ਸੋਸ਼ਲ ਮੀਡੀਆ 'ਤੇ ਕਿਤੇ ਨਾ ਕਿਤੇ ਇਹਨੇ ਨੌਜਵਾਨਾਂ ਦੇ ਵਿੱਚ ਇਹਨੂੰ ਰੱਖਿਆ, ਜਿੰਦਾ ਰੱਖਿਆ, ਇਹਦੀ ਇੱਕ ਸੂਰਤ ਬਣਾ ਕੇ ਰੱਖੀ ਹੈ ਕਿ ਇਹਨੂੰ ਚੱਲਦਾ ਰਹੇ। ਅਤੇ ਉਸ ਤੋਂ ਬਾਅਦ ਉਹੀ ਜਿਹੜੀ ਆ ਉਹ ਜਿਹੜੀ ਸੋਚ ਇਹਨੇ ਆਪਣੀ ਫੈਲਾਉਣੀ ਕੀਤੀ, ਸ਼ੁਰੂ ਕੀਤੀ ਆ, ਉਹਦਾ ਹੀ ਅਸਰ ਹੋਇਆ ਕਿ ਜਿਹੜਾ 26 ਜਨਵਰੀ ਨੂੰ ਜਿਹੜੀ ਘਟਨਾ ਹੋਈ ਕਿ ਕਿਤੇ ਨਾ ਕਿਤੇ ਨੇ ਕੁਛ ਨਾ ਕੁਛ ਨੌਜਵਾਨਾਂ ਨੂੰ ਪ੍ਰਭਾਵਿਤ ਕੀਤਾ। ਕਿ ਜਿਹੜੇ ਨੌਜਵਾਨ ਹੈ ਸੋਸ਼ਲ ਮੀਡੀਆ ਦੇ ਅੱਜ ਕੱਲ੍ਹ ਪ੍ਰਭਾਵਿਤ ਛੇਤੀ ਹੋ ਜਾਂਦੇ ਆ। ਹਾਲਾਂਕਿ ਜਦੋਂ ਆਪਣਾ ਸੋਸ਼ਲ ਮੀਡੀਆ ਦੇ ਹਰ ਇਕੱਲੇ ਇਹ ਨਹੀਂ ਕਿ ਪ੍ਰੋਟੈਸਟ ਦੇ ਸਮਰਥਨ ਦੇ ਹੱਕ ਦੇ ਲੋਕ ਚੱਲਦੇ ਹੁੰਦੇ, ਉਹਦੇ ਵਿੱਚ ਜਿਹੜੇ ਸਰਕਾਰ ਪੱਖੀ ਲੋਕ ਆ ਉਹ ਵੀ ਕਾਰਕੁਨ ਕਿਤੇ ਨਾ ਕਿਤੇ ਕੰਮ ਕਰਦੇ ਹੁੰਦੇ ਨੇ। ਅਤੇ ਇਸ ਕਰਕੇ ਇਹਨਾਂ ਨੂੰ ਰੱਖਿਆ ਜਵਾਂ ਕਿ ਇਹਨੂੰ ਕਿਤੇ ਨਾ ਕਿਤੇ ਉਹਨਾਂ ਨੇ ਯੂਜ਼ ਕਰਨਾ ਸੀ, ਅਤੇ ਉਹੀ ਯੂਜ਼ ਕਰਤਾ ਇਹਨਾਂ ਦਾ 26 ਜਨਵਰੀ ਨੂੰ। ਉਹਦਾ ਜਿਹੜਾ ਸਿੱਟਾ 26 ਜਨਵਰੀ ਨਿਕਲਿਆ ਕਿ ਅੰਦੋਲਨ ਨੂੰ ਤਾਰ-ਤਾਰ ਕਰਨ ਲਈ। ਜਿਹੜਾ ਸਮਾਂ ਚੱਲਦਾ ਪਿਆ ਇਹ ਸਰਟੀਫਿਕੇਟ ਵੰਡਣ ਦਾ ਨਹੀਂ ਹੈ, ਕਿਸੇ ਨੂੰ ਵੀ ਆਪਾਂ ਗਦਾਰ ਕਹੀਏ ਜਾਂ ਕਿਸੇ ਦੇ ਪੱਖ 'ਚ ਬੋਲੀਏ, ਇਹ ਸਾਰੇ ਲੋਕਾਂ ਦਾ ਸੰਘਰਸ਼ ਆ, ਇਹ ਆਮ ਜਨਤਾ ਦਾ ਸੰਘਰਸ਼ ਹੋ ਗਿਆ ਹੁਣ। ਕਿਉਂਕਿ ਹੁਣ ਆਪਾਂ ਜੇ ਆਪਣੇ ਕਿਸਾਨ ਜਥੇਬੰਦੀਆਂ ਜੋ ਵੀ ਆ, ਆਪਾਂ ਉਹਨਾਂ ਨੂੰ ਵੀ ਹੁਣ ਉਹ ਭਾਵੇਂ ਵਿਕਦੀਆਂ ਜੋ ਮਰਜ਼ੀ ਆ, ਬਟ ਉਹ ਹੁਣ ਜੇ ਆਹ ਸਮੇਂ ਦੇ ਆ ਕੇ ਜੇ ਪਿੱਛੇ ਹੁੰਦੀਆਂ ਜਾਂ ਕਿਸੇ ਵੀ ਸੰਸ਼ੋਧਨ 'ਤੇ ਮੰਨਦੀਆਂ ਜਾਂ ਕੁਝ ਵੀ ਉਹਨਾਂ ਦੇ ਆਪਣੇ ਵਿਚਾਰ ਹੁੰਦੇ ਆ ਵੀ ਹਾਂ ਆਪਾਂ ਇਹਨੂੰ ਹੋਲਡ ਕਰਾ ਲਈਏ, ਕੁਝ ਵੀ ਕਰਾ ਲਈਏ, ਉਹ ਇਹ ਨਹੀਂ ਕਰਾ ਸਕਦੇ। ਕਿਉਂਕਿ ਉਹਨਾਂ ਨੂੰ ਪਤਾ ਵਾ ਜੋ ਹਾਲ ਲੱਖੋਵਾਲ ਦਾ ਹੋਇਆ ਉਸ ਤੋਂ ਵੀ ਮਾੜਾ ਕਿਸਾਨਾਂ ਨੇ ਉਹਨਾਂ ਦਾ ਕਰਨਾ, ਜੋ ਵੀ ਜਥੇਬੰਦੀਆਂ ਵਾ, ਭਾਵੇਂ ਉਹ ਰਾਜੋਆਣਾ ਚਾਹੇ ਕੋਈ ਵੀ ਕਿਸਾਨ ਲੀਡਰ ਆ। ਨਹੀਂ, ਮੈਂ ਮਾਫੀ ਚਾਹਾਂਗਾ ਤੁਹਾਨੂੰ ਕੱਟਣ ਲਈ। ਉਹਨਾਂ ਦਾ ਕਹਿਣਾ ਕਿ ਦੀਪ ਸਿੱਧੂ ਨੇ ਜਨਤਾ ਨੂੰ ਭੜਕਾ ਕੇ ਲਾਲ ਕਿਲੇ 'ਤੇ ਲੈ ਕੇ ਗਏ ਅਤੇ ਉਸ ਤੋਂ ਬਾਅਦ ਇਹ ਜਿਹੜਾ ਨੈਸ਼ਨਲ ਮੀਡੀਆ ਨੇ ਇੱਕ ਨੈਰੇਟਿਵ ਚਲਾਇਆ। ਮੈਂ ਇਹਦੇ ਵਿੱਚ ਸਿਰਫ ਇਕੱਲੇ ਦੀਪ ਸਿੱਧੂ ਨੂੰ ਨਹੀਂ ਮੰਨਦਾ ਇਹਦੇ ਵਿੱਚ ਵੀ ਹਾਂ ਵੀ ਉਹਨੇ ਇਕੱਲੇ ਨੇ ਭੜਕਾਇਆ। ਕਿਉਂਕਿ ਤੁਸੀਂ 26 ਤਰੀਕ ਤੋਂ ਪਹਿਲਾਂ ਦੀਆਂ ਜਿੰਨੀਆਂ ਵੀ ਵੀਡੀਓ ਦੇਖ ਸਕਦੇ ਜੇ, ਵੱਖੋ ਵੱਖ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਕਿਹਾ ਹੈ ਵੀ ਹਾਂ ਆਪਾਂ ਦਿੱਲੀ ਨੂੰ ਘੇਰਾ ਪਾਉਣਾ, ਆਵਾਜ਼ ਸਭ ਤੋਂ ਵੱਧ ਜਵਾਨੋ ਪਹੁੰਚੋ, ਟਰੈਕਟਰ ਲੈ ਕੇ ਵੱਧ ਤੋਂ ਵੱਧ ਆਓ, ਸਾਰੇ ਪਹੁੰਚੇ ਉੱਥੇ ਹੈ ਨਾ। ਉਹਨਾਂ ਤੋਂ ਬਾਅਦ 'ਚ ਉਹਨਾਂ ਦਾ ਪਲਾਨ ਨਹੀਂ ਸੀ ਆਪਾਂ ਕਿੱਧਰ ਨੂੰ ਲੈ ਕੇ ਜਾਣਾ, ਕਿੱਧਰ ਨੂੰ ਨਹੀਂ ਜਾਣਾ। ਉਹ ਜਦੋਂ ਪੁਲਿਸ ਨੇ ਇਹਦੇ ਵਿੱਚ ਪਲਾਨ ਕੀਤਾ ਸੀ ਫੁੱਲ ਵੀ ਆਪਾਂ ਉਹਨਾਂ ਨੇ ਆਪਣੇ ਬੰਦੇ ਕੁਝ ਉੱਦਾਂ ਛੱਡੇ ਹੀ, ਆਪਾਂ ਦੀਪ ਸਿੱਧੂ ਕਿਉਂਕਿ ਦੀਪ ਸਿੱਧੂ ਪਹਿਲਾਂ ਉੱਥੇ ਨਹੀਂ ਸੀ, ਉਹਨੇ ਆਪ ਵੀ ਕਿਹਾ ਵਾ, ਉਹਦੀ ਵੀਡੀਓ ਵੀ ਜੋ ਹੋਈ ਉਹ ਝੰਡੇ ਤੋਂ ਬਾਅਦ 'ਚ ਦੀ ਆਈ ਵੀ ਉੱਥੇ ਪਹੁੰਚਿਆ, ਉਹ ਪਹਿਲਾਂ ਨਹੀਂ ਸੀ ਉੱਥੇ ਪਹੁੰਚਿਆ। ਅਤੇ ਹੋਰ ਵੀ ਲੀਡਰਾਂ ਦੀਆਂ ਕਈਆਂ ਦੀਆਂ ਫੋਟੋਆਂ ਆ ਰਹੀਆਂ ਹੁਣ, ਜੇ ਇੱਦਾਂ ਕਹਿ ਸਕਦੇ ਆ ਬਹੁਤ ਲੀਡਰਾਂ ਦੀਆਂ ਆ ਰਹੀਆਂ ਹੌਲੀ ਹੌਲੀ CCTV ਦੇ ਵਿੱਚੋਂ ਫੋਟੋਆਂ। ਇੱਦਾਂ ਆਪਾਂ ਕਿਸੇ ਨੂੰ ਬਲੇਮ ਨਹੀਂ ਲਾ ਸਕਦੇ। ਹਾਂਜੀ ਸਾਹਿਬ, ਮੈਂ ਵੀ ਆਪਣਾ ਰੰਧਾਵਾ ਸਾਹਿਬ ਦੇ ਹੱਕ ਵਿੱਚ ਹਾਂ, ਕਿਉਂਕਿ ਦੀਪ ਸਿੱਧੂ ਜਦੋਂ ਤੋਂ ਆਪਾਂ ਵੇਖਦੇ ਹਾਂ ਵੀ ਦੀਪ ਸਿੱਧੂ ਕਿਸਾਨ ਜਥੇਬੰਦੀਆਂ ਤੋਂ ਹਟ ਕੇ ਚੱਲਦਾ ਆ, ਉਹ ਮੰਨ ਲਓ ਵੀ ਯਾਨੀ ਕਿ ਪਰਟੀਕੂਲਰਲੀ ਆਪਦੇ ਆਪ ਨੂੰ ਮੰਨ ਲਓ ਹਾਈਲਾਈਟ ਕਰਕੇ ਰੱਖਿਆ ਉਹਨੇ। ਜਿਵੇਂ ਮੰਨ ਲਓ ਵੀ ਉਹਦਾ ਕਹਿਣਾ ਵੀ ਮੈਨੂੰ ਕਿਸੇ RSS ਦੇ, ਜਿਵੇਂ ਰੰਧਾਵਾ ਸਾਹਿਬ ਨੇ ਕਿਹਾ ਵੀ ਮੈਨੂੰ RSS ਦੇ ਬੰਦੇ ਦਾ ਫੋਨ ਆਇਆ, ਉਹ ਮੰਨ ਲਓ ਵੀ ਆਪਣਾ ਸੰਘਰਸ਼ ਨੂੰ ਨੈਸ਼ਨਲ ਲੈਵਲ 'ਤੇ ਲਿਜਾਣਾ ਨਹੀਂ ਚਾਹੁੰਦਾ ਸੀਗਾ। ਉਹ ਚਾਹੁੰਦਾ ਸੀ ਵੀ ਸੰਘਰਸ਼ ਛੋਟੇ ਲੈਵਲ 'ਤੇ ਰਹਿ ਕੇ ਦਬ ਜੇ, ਪਰ ਮੈਂ ਇੱਕ ਫਿਗਰ ਮਸ਼ਹੂਰ ਮੰਨ ਲਓ ਵੀ ਮਸ਼ਹੂਰ ਫਿਗਰ ਬਣ ਕੇ ਲੋਕਾਂ ਸਾਹਮਣੇ ਇੱਕ ਐਜ਼ ਏ ਲੀਡਰ ਆ ਸਕਾਂ। ਅਤੇ ਕਿਤੇ ਨਾ ਕਿਤੇ ਇਹ ਮੰਨ ਲਓ ਵੀ
ਰਲੀ ਮੁਲੀ ਭੁਗਤ ਲੱਗਦੀ ਹੈ ਬੀਜੇਪੀ ਨਾਲ ਦੀਪ ਸਿੱਧੂ ਦੀ, ਮੇਰਾ ਤਾਂ ਇਹੀ ਮੰਨਣਾ ਹੈ। ਬਾਹਲਾ ਤਾਂ ਮੈਂ ਇਹੀ ਜਿਵੇਂ ਉਹਦੀਆਂ ਸਪੀਚਾਂ ਸੁਣੀਆਂ ਨੇ ਜਾਂ ਮੈਂ ਉਹਦੀਆਂ ਸਾਰਾ ਕੁਝ ਸੁਣਿਆ ਹੈਗਾ, ਉਹਦੇ ਵਿੱਚ ਉਹ ਧਰਮ ਨੂੰ ਜ਼ਿਆਦਾ ਮੂਹਰੇ ਰੱਖਣਾ ਚਾਹੁੰਦਾ ਹੈਗਾ ਵੀ ਉਹ ਕਿਸਾਨੀ ਦੇ ਮੁੱਦੇ ਵਿੱਚ ਕੋਈ ਖਾਸ ਮੈਨੂੰ ਉਹਦੀ ਬਿਆਨਬਾਜ਼ੀ ਨਹੀਂ ਲੱਗਦੀ ਹੈਗੀ। ਉਹ ਹਮੇਸ਼ਾ ਹੀ ਤਿਰੰਗਾ ਆਏ, ਕੇਸਰੀ ਝੰਡਾ ਆਏ, ਦਿੱਲੀ ਅਸੀਂ ਐਂ ਕਰਤਾ, ਅਸੀਂ ਐਂ ਕਰਤਾ, ਵੀ ਉਹ ਇਹ ਚੀਜ਼ਾਂ ਨੂੰ ਜ਼ਿਆਦਾ ਪ੍ਰਮੋਟ ਕਰਦਾ ਹੈਗਾ। ਅਤੇ ਮੈਨੂੰ ਲੱਗ ਨਹੀਂ ਰਿਹਾ ਵੀ ਉਹ ਕਿਸਾਨ ਦੇ ਕੋਈ ਹੱਕਾਂ ਦੇ ਵਿੱਚ ਕੋਈ ਗੱਲ ਕਰਦਾ ਹੈਗਾ ਜਾਂ ਹੋਰ ਆ। ਯੂਥ ਨੂੰ ਨਾਲ ਜ਼ਰੂਰ ਲਾ ਰਿਹਾ ਹੈਗਾ। ਜਿਹੜਾ ਯੂਥ ਆ ਇਹ ਭਾਵੁਕ ਹੁੰਦਾ ਹੈਗਾ, ਇਹ ਧਾਰਮਿਕ ਜਿਹੜੀ ਆਪਾਂ ਰੰਗਤ ਦੇਣੀ ਹੋਵੇ, ਅਤੇ ਜਿਵੇਂ ਮੇਰਾ ਯੂਥ ਇੱਥੇ ਬੈਠਾ ਹੈਗਾ, ਮੇਰੇ ਵੀਰ ਬੈਠੇ ਨੇ, ਇਹਨਾਂ ਨੂੰ ਜਦੋਂ ਮਰਜ਼ੀ ਆਪਾਂ ਕਹਿ ਦਈਏ ਵੀ ਆਪਾਂ ਦਿੱਲੀ ਇੰਨੀ ਵਾਰੀ ਜਿੱਤੀ ਆ, ਕੇਸਰੀ ਝੰਡਾ ਆਪਾਂ ਇੰਨੀ ਵਾਰੀ ਚੜ੍ਹਾਤਾ, ਆਪਾਂ ਐਂ ਕਰ ਦਾਂਗੇ, ਆਪਾਂ ਜਿਉਂ ਕਰ ਦਾਂਗੇ, ਅਤੇ ਮੇਰੇ ਵੀਰ ਦਿਮਾਗ ਤੋਂ ਨਹੀਂ ਸੋਚਦੇ, ਇਹਨਾਂ ਵਿੱਚ ਜੋਸ਼ ਜ਼ਿਆਦੇ ਆ। ਅਤੇ ਉਹ ਜੋਸ਼ ਨੂੰ ਉਹਨੇ ਮਿਸਯੂਜ਼ ਕਰਕੇ ਭਾਵਨਾਵਾਂ ਭੜਕ ਗਈਆਂ। ਉਹ ਤੋਂ ਬਾਅਦ ਉਹ ਬੰਦੇ ਚਲੇ ਗਏ, ਦਿੱਤੇ ਰੂਟ ਸਾਰਾ ਕੁਝ ਦਿੱਤਾ ਹੋਇਆ ਸੀਗਾ ਜੀ, ਰਾਤ ਨੂੰ ਸਾਰਾ ਕੁਝ ਉਹਨਾਂ ਨੂੰ ਦਿੱਤਾ ਹੈਗਾ। ਅਤੇ ਇਹ ਬੰਦੇ 12 ਵਜੇ ਤੱਕ ਉੱਥੇ ਕਾਹਤੋਂ ਸਪੀਚਾਂ ਦਿੰਦੇ ਰਹੇ। ਪ੍ਰੋਗਰਾਮ ਦਾ ਟਾਈਮ 10 ਵਜੇ ਸੀ ਅਤੇ ਕਾਹਤੋਂ 8 ਵਜੇ ਉੱਠ ਕੇ ਤੁਰ ਪਏ। ਇਹ ਜਦੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਅਤੇ ਫਿਰ ਇਹ ਚੀਜ਼ਾਂ ਸਾਬਤ ਹੁੰਦੀਆਂ ਨੇ ਵੀ ਇਹ ਏਜੰਸੀਆਂ ਜਾਂ ਉੱਥੋਂ ਦੇ ਜਿਹੜੇ DSP ਸਾਹਿਬ ਸੀ ਜਾਂ ਹੋਰ ਸੀ, ਉਹਨਾਂ ਨੂੰ ਰਾਤ ਨੂੰ ਕਾਹਤੋਂ ਆ ਕੇ ਮਿਲੇ। ਠੀਕ ਹੈ ਜੀ। ਅਤੇ ਇਹ ਜਦੋਂ ਇਹ ਸਾਰੀਆਂ ਗੱਲਾਂ ਜੁੜਦੀਆਂ ਫਿਰ ਐਂਡ 'ਤੇ ਜਾ ਕੇ ਦੀਪ ਸਿੱਧੂ ਆਪ ਚੜੇ ਗਿਆ ਉੱਥੇ। ਅਤੇ ਜੇ ਏਜੰਸੀ ਦਾ ਬੰਦਾ ਨਾ ਹੋਵੇ ਜਾਂ ਇਹਨੂੰ ਕੋਈ ਮਨਸ਼ਾ ਨਾ ਹੋਵੇ ਅਤੇ ਨਾ ਜਾਂਦਾ, ਅਤੇ ਆਪਾਂ ਕਹਿ ਸਕਦੇ ਸੀ ਵੀ ਹਾਂ ਦੀਪ ਸਿੱਧੂ ਨਹੀਂ ਹੈਗਾ। ਇਹ ਇਕੱਲਾ ਹੀ ਚਲੇ ਗਿਆ, ਹੋਰ ਜਥੇਬੰਦੀ ਕੋਈ ਨਹੀਂ ਗਈ। ਜਦੋਂ ਉਹਨਾਂ ਨੇ ਦੇਖਿਆ ਵੀ ਉਹ ਦੰਗੇ ਹੋਣ ਲੱਗ ਗਏ, ਉਹ ਜੀ ਸਾਰੇ ਵਾਪਸ ਆ ਗਏ। ਜਿਹੜੀ ਮੰਨ ਲਓ ਅਸਲ 'ਚ ਰੈਲੀ ਸੀਗੀ, ਉਹਦੀਆਂ ਫੋਟੋਆਂ ਬਾਅਦ 'ਚ ਵਾਇਰਲ ਹੋਈਆਂ ਨੇ ਜਾਂ ਹੋਰ ਆ, ਜੇ ਕਿਸੇ ਨੇ ਦੇਖੀਆਂ ਹੁਣ ਤਾਂ ਦਿੱਲੀ ਦੀ ਜਿਹੜੀ ਜਨਤਾ ਸੀ ਉਹ ਫੁੱਲ ਸਿੱਟ ਰਹੀ ਸੀ, ਕੋਈ ਪਾਣੀ ਦੇ ਰਿਹਾ ਸੀ, ਕੋਈ ਚਾਹ ਦਾ ਲੰਗਰ ਲਾ ਰਿਹਾ ਸੀ। ਉਹ ਮਤਲਬ ਉਹ ਰੈਲੀ ਹੋਰ ਸੀ ਅਤੇ ਇਹ ਉਹਨੂੰ ਲੈ ਹੋਰ ਪਾਸੇ ਨੂੰ ਗਏ। ਪਰ ਦੀਪ ਸਿੱਧੂ ਜਿੱਥੇ ਤੱਕ ਹੈਗਾ ਗਾ, ਮੇਰੇ ਹਿਸਾਬ ਨਾਲ ਕੋਈ ਸਹੀ ਨਹੀਂ ਹੈਗਾ ਸੀਗਾ ਵੀ ਚਲੋ ਜਿਹੜਾ ਕੁਛ ਹੋ ਗਿਆ ਠੀਕ ਹੈ ਜੀ, ਕੋਈ ਚੱਕਰ ਨਹੀਂ ਹੈਗਾ। ਰਾਏਕੋਟੀ ਸਾਹਿਬ ਦਾ ਕਹਿਣਾ ਹੈ ਕਿ ਮਿੱਥੇ ਹੋਏ ਸਮੇਂ ਤੋਂ ਪਹਿਲਾਂ ਭੀੜ ਨੂੰ ਭੜਕਾ ਕੇ ਲਾਲ ਕਿਲ੍ਹੇ 'ਤੇ ਲੈ ਕੇ ਜਾਣਾ ਇਹ ਸਿੱਧ ਕਰਦਾ ਕਿ ਦੀਪ ਸਿੱਧੂ ਸਰਕਾਰ ਦੀ ਮਿੱਥੀ ਹੋਈ ਚਾਲ ਦੇ। ਜਿੱਥੋਂ ਤੱਕ ਮੈਂ ਦੀਪ ਸਿੱਧੂ ਦੀਆਂ ਇੰਟਰਵਿਊਆਂ ਸੁਣੀਆਂ ਨੇ, ਉਹ ਵਧੀਆ ਲਾਈਫ ਸਟਾਈਲ ਨੂੰ ਛੱਡ ਕੇ ਕਿਸਾਨਾਂ ਦੇ ਹੱਕ ਵਿੱਚ ਆਇਆ ਵਾ। ਸੋ ਥੋੜ੍ਹੇ ਟਾਈਮ ਦੇ ਵਿੱਚ ਉਹਨੂੰ ਇੱਦਾਂ ਗਦਾਰ ਦਾ ਯੋਧੇ ਦਾ ਸਰਟੀਫਿਕੇਟ ਦੇਣਾ ਮੇਰੇ ਲਈ ਬਹੁਤੀ ਵਧੀਆ ਗੱਲ ਨਹੀਂ ਗੀ। ਲੰਮਾ ਟਾਈਮ ਜੋ ਥੋੜ੍ਹਾ ਇਨਵੈਸਟੀਗੇਸ਼ਨ ਚੱਲੂਗੀ, ਫਿਰ ਦੁੱਧ ਦਾ ਦੁੱਧ ਜਿਹੜਾ ਪਾਣੀ ਦਾ ਪਾਣੀ ਹੋ ਜਾਊਗਾ। ਕਿਉਂਕਿ ਜਦੋਂ ਆਜ਼ਾਦੀ ਤੋਂ ਲੈ ਕੇ ਸਾਡੇ ਦੇਸ਼ ਵਿੱਚ ਹੁਣ ਤੱਕ ਦੇਖੀਏ, ਜੇ ਕਿਸੇ ਨੇ ਕੋਈ ਸੂਰਬੀਰ ਯੋਧਿਆਂ ਵਾਲਾ ਕੰਮ ਕੀਤਾ ਤਾਂ ਉਹਨੂੰ ਅਸੀਂ ਯੋਧਾ ਕਿਹਾ, ਜਿਹਨੇ ਗਦਾਰੀ ਵਾਲਾ ਕਰਿਆ ਉਹਨੂੰ ਗਦਾਰ ਕਹਾਂਗੇ। ਆਉਣ ਵਾਲਾ ਟਾਈਮ ਇਹ ਦੱਸ ਦੂਗਾ ਕਿ ਦੀਪ ਸਿੱਧੂ ਹੋਣੀ ਜਾਂ ਲੱਖੇ ਸਧਾਣੇ ਹੋਣੀ ਜਾਂ ਹੋਰ ਵੀ ਜਿਹੜਾ ਕੋਈ ਭੜਕਾਇਆ ਤਾਂ ਉਹ ਕੌਮ ਦਾ ਗਦਾਰ ਹੋਊਗਾ। ਜੇ ਉਹਨੇ ਵਾਕਈ ਸੂਰਬੀਰਾਂ ਵਾਲਾ ਕੰਮ ਕਰਿਆ ਹੋਊਗਾ ਤਾਂ ਸਾਡੀ ਕੌਮ ਦਾ ਯੋਧਾ ਹੋਊਗਾ। ਕਿਵੇਂ ਵੇਖਦੇ ਹੋ ਕਿ ਸਿੱਧੂ ਸਾਹਿਬ ਦਾ ਕਹਿਣਾ ਹੈ ਕਿ ਲਗਜ਼ਰੀ ਲਾਈਫ ਸਟਾਈਲ ਨੂੰ ਛੱਡ ਕੇ ਲੱਖਾ ਸਧਾਣਾ ਜਾਂ ਦੀਪ ਸਿੱਧੂ ਹੈ ਜਿਹੜਾ ਉਹ ਕਿਸਾਨੀ ਸੰਘਰਸ਼ ਵਿੱਚ ਕੁੱਦਿਆ, ਕਿਵੇਂ ਦੇਖਦੇ ਹੋ? ਸਿੱਧੂ ਸਾਹਿਬ ਦੇ ਸਵਾਲ ਜਵਾਬ ਦੇ ਨਾਲ ਕਿੰਨੇ ਕੁ ਸਹਿਮਤ ਹੋ? ਲਗਜ਼ਰੀ ਲਾਈਫ ਸਟਾਈਲ ਤੁਸੀਂ ਲਗਜ਼ਰੀ ਲਾਈਫ ਸਟਾਈਲ ਕੀ ਛੱਡ ਦਿੱਤਾ ਉਹਨੇ? ਉਹ ਤਾਂ ਆਪਣਾ ਲੱਗਾ ਚਲੋ ਅੰਦੋਲਨ 'ਚ ਆਇਆ, ਉਹ ਵੀ ਕਿਸੇ ਤਰੀਕੇ ਨਾਲ ਸਰਕਾਰ ਨੇ ਜਦੋਂ ਛੱਡਦੀ ਹੈ ਤਾਂ ਫਿਰ ਉਹਨਾਂ ਨੂੰ ਉਸ ਤਰੀਕੇ ਦਾ ਰੂਪ ਧਾਰਨ ਕਰਨਾ ਪੈਂਦਾ ਜੋ ਵੀ ਸਰਕਾਰੀ ਬੰਦੇ ਹੁੰਦੇ ਆ। ਜੇ ਲੋਕਾਂ ਦੇ ਵਿੱਚ ਸ਼ਾਮਲ ਹੋਣਾ ਉਹਨੂੰ ਉਹੋ ਜਿਹੇ ਲੋਕਾਂ ਦੇ ਵਿੱਚ। ਅਤੇ ਦੂਸਰੀ ਗੱਲ ਜੇ ਕੋਈ ਕਰੀ ਜਾਵੇ ਕਿ ਝੰਡਾ ਲਾਉਣ ਦੀ, ਵੀ ਯੋਧਾ ਬੰਦਾ ਝੰਡਾ ਲਾਉਣਾ, ਉਹ ਕੋਈ ਵੀਡੀਓ ਗੇਮ ਥੋੜ੍ਹਾ ਕਿ ਤੁਸੀਂ ਜਾਏ ਇੱਕ ਉੱਥੇ ਨਿਸ਼ਾਨ ਲਾ ਕੇ ਤੇ ਆ ਕੇ। ਉਹ ਕਿੰਨਾ ਚਿਰ ਰਿਹਾ ਔਰ ਕੀ ਉਹਦਾ ਬਾਅਦ 'ਚੋਂ ਦੇ ਜਿਹੜੇ ਉਹਦੇ ਆ ਕੀ ਨਤੀਜੇ ਆਏ ਉਹ ਵੀ ਵੇਖਣਾ ਪੈਣਾ ਨਾ। ਉਹ ਨਤੀਜੇ ਬਹੁਤ ਮਾੜੇ ਆਏ, ਜਾਂ ਤਾਂ ਉਹਦੇ ਨਤੀਜੇ ਚੰਗੇ ਹੁੰਦੇ ਨੇ ਫਿਰ ਤਾਂ ਤੁਸੀਂ ਸੂਰਬੀਰ ਯੋਧਾ ਕਹੋ। ਅਤੇ ਉਹ ਜਿਹੜਾ 26 ਜਨਵਰੀ ਦਾ ਜਿਹੜਾ ਪ੍ਰਭਾਵ ਪੈਣਾ ਸੀ, ਜਿਹੜਾ ਜਥੇਬੰਦੀਆਂ ਨੇ ਬਣਾਉਣਾ ਸੀ ਜੋ ਵੀ ਪ੍ਰਭਾਵ ਕਿ ਇੰਨੇ ਲੱਖਾਂ ਟਰੈਕਟਰ, ਕਿਉਂਕਿ ਉਹ ਜਿਹੜਾ ਪਲਾਨ B ਜਿਹੜਾ ਤਿਆਰ ਕੀਤਾ ਨਾ ਜਥੇਬੰਦੀਆਂ ਨੇ ਕਿ ਆਪਾਂ ਦਿੱਲੀ ਦੇ ਵਿੱਚ ਅੰਦਰ ਨਾ ਜਾਈਏ, ਅਤੇ ਜਿੱਥੇ ਵੀ ਜੋ ਪੁਲਿਸ ਨਾਲ ਰੂਟ ਤੈਅ ਕੀਤਾ ਇਸੇ ਕਰਕੇ ਦਿੱਤਾ ਕਿ ਜਿਹੜੀ ਜਥੇਬੰਦੀਆਂ ਕਿਤੇ ਨਾ ਕਿਤੇ ਸਰਕਾਰ ਦੀ ਮਨਸ਼ਾ ਸਮਝ ਚੁੱਕੀਆਂ ਸਨ ਕਿ ਉਹਨਾਂ ਨੇ ਸਾਡੇ ਲੋਕਾਂ ਨੂੰ ਭੜਕਾ ਕੇ ਉੱਥੇ ਲੈ ਕੇ ਜਾਣਗੀਆਂ। ਜਿਹੜੀ ਕਹਿ ਰਿਹਾ ਜਿਵੇਂ ਕਿ ਉਹ ਜਿਹੜਾ ਪ੍ਰਭਾਵ ਪੈਣਾ ਸੀ, ਉਹ ਪ੍ਰਭਾਵ ਨੂੰ ਕਿਤੇ ਨਾ ਕਿਤੇ ਉਸ ਘਟਨਾ ਨੇ ਉਹਨੂੰ ਸੱਟ ਮਾਰੀ ਆ। ਅਤੇ ਉਹ ਜਿਹੜਾ ਪ੍ਰਭਾਵ ਸੀ, ਜਿਹੜਾ ਅੰਤਰਰਾਸ਼ਟਰੀ ਮੀਡੀਆ ਵੀ ਜਿਹੜਾ ਆਇਆ ਸੀ, ਉਹ ਪ੍ਰਭਾਵ
ਜਿਹੜਾ ਅੰਤਰਰਾਸ਼ਟਰੀ ਲੈਵਲ ਤੇ ਸੈਂਟਰ ਗਵਰਨਮੈਂਟ ਤੇ ਪੈਣਾ ਸੀ ਕਿ ਉਹਦਾ ਜਿਹੜਾ ਵਾ ਕੇਂਦਰ ਆ, ਜਿਹੜਾ ਵਿਸ਼ਾ ਕੇਂਦਰ ਹੋਣਾ ਹੈ ਕਿ 26 ਜਨਵਰੀ ਟਰੈਕਟਰ ਪਰੇਡ, ਉਹਦਾ ਵਿਸ਼ਾ ਬਦਲ ਦਿੱਤਾ ਗਿਆ। ਉਹਦਾ ਵਿਸ਼ਾ ਜਿਹੜਾ ਉਹ ਝੰਡੇ ਦੇ ਤੌਰ ਤੇ ਲੈ ਗਏ ਆ, ਤੇ ਇਹੀ ਇੱਕ ਜਿਹੜੇ ਕਿਸਾਨੀ ਸੰਘਰਸ਼ ਨੂੰ ਬਹੁਤ ਵੱਡੀ ਸੱਟ ਮਾਰੀ ਹੈ। ਸੰਜੀਵ ਸਾਹਿਬ, ਰੰਧਾਵਾ ਸਾਹਿਬ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ 26 ਜਨਵਰੀ ਦੀ ਪਰੇਡ ਉਹ ਪ੍ਰਭਾਵ ਨਹੀਂ ਬਣਾ ਸਕੀ ਦੀਪ ਸਿੱਧੂ ਹੋਣਾ ਦੀ ਇਸ ਹਰਕਤ ਤੋਂ, ਕਿਵੇਂ ਵੇਖਦੇ ਹੋ? ਦੇਖੋ ਜੀ, ਇਹਦੇ ਵਿੱਚ ਤਾਂ ਕੋਈ ਸ਼ੱਕ ਹੀ ਹੈ ਨਹੀਂ ਕਿ ਪੂਰੇ ਅੰਦੋਲਨ ਦੇ ਵਿੱਚ ਸ਼ਰਾਰਤੀ ਅਨਸਰ ਹੈਗੇ ਆ, ਤੇ ਕਈ ਆਪਾਂ ਨੇ ਕਿਸਾਨ ਜਥੇਬੰਦੀਆਂ ਨੇ RSS ਦੇ ਬੰਦੇ ਫੜ ਕੇ ਪੁਲਿਸ ਦੇ ਹਵਾਲੇ ਵੀ ਕੀਤੇ ਆ। ਪਰ ਇਹਦੇ ਵਿੱਚ ਇਹ ਨਹੀਂ ਕਿ ਆਪਾਂ ਦੀਪ ਸਿੱਧੂ ਤੇ ਲੱਖਾ ਸਿਧਾਣਾ ਤੇ ਆਪਾਂ ਉਹਨਾਂ ਨੂੰ ਗੱਦਾਰ ਦਾ ਕਰਾਰ ਦਈਏ, ਕਿਉਂਕਿ ਲੱਖਾ ਸਿਧਾਣਾ ਨੇ ਟਰੈਕਟਰ ਰੈਲੀ ਕਾਮਯਾਬ ਦੇ ਵਿੱਚ ਲੱਖਾ ਸਿਧਾਣਾ ਦਾ ਪੂਰਾ ਹੱਥ ਆ। ਉਹਨਾਂ ਨੇ ਪਿੰਡ ਜਾ ਕੇ ਉਹਨਾਂ ਨੇ ਟਰੈਕਟਰ ਸਾਰਿਆਂ ਨੇ ਘਰ ਜਾ ਕੇ ਇਹ ਕਿਹਾ ਕਿ ਟਰੈਕਟਰ ਆਪਣੇ ਲੈ ਕੇ ਤੇ ਉੱਥੇ ਦਿੱਲੀ ਰੈਲੀ ਕਾਮਯਾਬ ਹੋਈ ਆ। ਇਹ ਉਹਨਾਂ ਦਾ ਮਤਲਬ ਕੋਈ ਕਸੂਰ ਹੋਇਆ ਤਾਂ ਜ਼ਰੂਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਪਰ ਇੰਨੀ ਜਲਦੀ ਆਪਾਂ ਇੱਕ ਸਰਕਾਰ ਦੀ ਨੀਤੀ ਹੁੰਦੀ ਹੈ ਕਿ ਫੁੱਟ ਪਾਓ ਤੇ ਰਾਜ ਕਰੋ, ਉਹ ਹੁਣ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ। ਹੁਣ ਦੇਖੋ ਕਿਸਾਨ ਜਥੇਬੰਦੀ ਇੱਕ ਪਾਸੇ ਤੇ ਦੋਨਾਂ ਦੇ ਉੱਪਰ ਕੇਸ ਕਿੰਨੇ ਧਾਰਾਂ ਲਾ ਕੇ ਉਹਨਾਂ ਤੇ ਜਿਹੜਾ ਕਿ ਉਹਨਾਂ ਕਾਰਵਾਈ ਕੀਤੀ ਜਾ ਰਹੀ ਹੈ। ਕਿਵੇਂ ਵੇਖਦੇ ਹੋ ਉਹਨਾਂ ਦੇ ਜਵਾਬਾਂ ਦੇ ਨਾਲ, ਕਿੰਨੇ ਕੁ ਸਹਿਮਤ ਹੋ ਤੁਸੀਂ? ਦੇਖੋ ਜੀ, ਗੱਲ ਇਹ ਆ ਵੀ ਸਾਨੂੰ ਇੱਕ ਦੂਜੇ ਦੀ ਵਿਚਾਰਧਾਰਾ, ਕਈ ਦੀਪ ਸਿੱਧੂ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਲੋਕ ਨੇ, ਕਈ ਦੂਸਰੇ, ਸਾਨੂੰ ਇਹ ਦੋਨੇ ਚੀਜ਼ਾਂ ਛੱਡ ਕੇ, ਮੇਰੇ ਤਾਂ ਵਿਚਾਰ ਇਹ ਨੇ, ਦੋਨੇ ਚੀਜ਼ਾਂ ਛੱਡ ਕੇ ਕਿਸਾਨੀ ਮੁੱਦੇ ਦੇ ਨਾਲ ਲੜਨਾ ਚਾਹੀਦਾ, ਨਾ ਕਿ ਇਹ ਗੱਲਾਂ ਦੇ ਉੱਪਰ ਲੋਕ ਜੇ ਆਪਸ 'ਚ ਬਹਿਸਣਗੇ ਤੇ ਉਹਨਾਂ ਦੇ ਵਿੱਚ ਸੈਪਰੇਸ਼ਨ ਆਊਗੀ ਤੇ ਉਹਦੇ ਨਾਲ ਅੰਦੋਲਨ ਨੂੰ ਬਹੁਤ ਫਰਕ ਪੈਣਾ। ਇਸ ਕਰਕੇ ਮੈਂ ਤਾਂ ਇਹ ਚਾਹੂੰਗਾ ਵੀ ਇਹ ਵਿਚਾਰਧਾਰਾ ਨਾਲ ਜੁੜਨ ਦੇ ਨਾਲ ਇਕਜੁੱਟ ਹੋਣ ਤੇ ਸਿਰਫ ਕਿਸਾਨੀ ਮੁੱਦੇ ਦੇ ਉੱਪਰ ਹੀ ਲੜਨ। ਵਿਚਾਰਕ ਮਤਭੇਦ ਜਿਹੜੇ ਉਹ ਸਾਰਿਆਂ ਦੇ ਜ਼ਰੂਰੀ ਆ, ਕਿਉਂਕਿ ਜੇ ਸਾਰਿਆਂ ਦੇ ਇੱਕ ਵਿਚਾਰ ਹੋ ਗਏ ਫਿਰ ਤਾਂ ਸਮਾਜ ਨਹੀਂ ਚੱਲਦਾ। ਇੱਥੇ ਹਰ ਇੱਕ ਦੀ ਜਿਹੜੇ ਵਿਚਾਰ ਆ ਉਹ ਸਾਰਿਆਂ ਦੇ ਅਲੱਗ-ਅਲੱਗ ਹੋ ਸਕਦੇ ਆ, ਕਿਉਂਕਿ ਆਪਣੇ ਫੈਮਿਲੀ ਮੈਂਬਰਾਂ ਦੇ ਸਾਰਿਆਂ ਦੇ ਵਿਚਾਰ ਅਲੱਗ-ਅਲੱਗ ਹੁੰਦੇ ਆ। ਸੋ ਇਹ ਆਪਾਂ ਵਿਚਾਰਾਂ ਨੂੰ ਲੈ ਕੇ ਆਪਾਂ ਕਿਸੇ ਨੂੰ ਵੀ ਗਦਾਰੀ ਦਾ ਸਰਟੀਫਿਕੇਟ ਦੇ ਦੇਣਾ, ਇਹ ਕੋਈ ਬਾਹਲੀ ਚੰਗੀ ਗੱਲ ਨਹੀਂ ਆ, ਕਿਉਂਕਿ ਆਪਾਂ ਇੱਕ ਫੋਟੋਆਂ ਦੇ ਆਧਾਰ 'ਤੇ ਸਾਰਿਆਂ ਨੂੰ ਆਪਾਂ ਸਰਟੀਫਿਕੇਟ ਵੰਡ ਦਿੰਦੇ ਆ। ਹੁਣ ਤਾਂ ਰਾਜੋਵਾਲ ਸਾਹਿਬ ਦੀਆਂ ਉਹਨਾਂ ਦੀਆਂ ਫੋਟੋਆਂ ਵੀ ਆ ਗਈਆਂ ਸੈਨਿਕ ਦੇ ਨਾਲ, ਕਦੀ ਬਾਦਲ ਸਾਹਿਬ ਨਾਲ, ਕਦੀ ਕਿਸੇ ਦੇ ਨਾਲ ਆ ਜਾਂਦੀਆਂ, ਹੈ ਨਾ। ਆਪਾਂ ਫੋਟੋਆਂ ਦੇ ਆਧਾਰ 'ਤੇ ਨਹੀਂ ਕਿਸੇ ਨੂੰ ਵੀ ਦੇ ਸਕਦੇ ਸਰਟੀਫਿਕੇਟ। ਇਹ ਲੱਖਾ ਸਿਧਾਣਾ ਰਿਹਾ, ਇਹ ਕਦੋਂ ਦਾ ਪੰਜਾਬੀ ਲਈ ਲੜਦਾ ਆਇਆ, ਕਿਉਂਕਿ ਸਾਡੇ ਵਿਚਾਰ ਆ, ਸਾਡੇ ਆਪਣੇ ਅਲੱਗ ਮੁੱਦੇ ਆ, ਉਹ ਵੀ ਉਹਨਾਂ ਨਾਲ ਵਿੱਚ ਲੈ ਲਏ ਸੀ। ਪਰ ਜਿੱਦਾਂ ਜੋ ਵੀ ਚੱਲਦਾ ਪਿਆ ਹੁਣ ਸਹੀ ਸਮਾਂ ਨਹੀਂ ਆ ਆਪਾਂ ਕਿਸੇ ਨੂੰ ਸਰਟੀਫਿਕੇਟ ਦਈਏ। ਜੋ ਵੀ ਸਾਡੇ ਵਿਚਾਰਕ ਮਤਭੇਦ ਆ ਉਹ ਆਪਾਂ ਪੰਜਾਬ 'ਚ ਬਹਿ ਕੇ ਆਪਣੇ ਘਰੇ ਜਾ ਕੇ ਕਰ ਲਾਂਗੇ, ਕਿਉਂਕਿ ਸਭ ਤੋਂ ਪਹਿਲਾਂ ਸਾਡੀ ਲੜਾਈ ਆ ਬਿੱਲਾਂ ਦੇ ਨਾਲ, ਸੈਂਟਰ ਨਾਲ। ਸੋ ਹੁਣ ਸਾਰਿਆਂ ਦਾ ਇੱਕੋ ਹੀ ਨਾਰਾ, ਜੇ ਬਿੱਲ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ ਆ। ਸੋ ਹੁਣ ਸਭ ਤੋਂ ਪਹਿਲਾਂ ਸਾਡਾ ਸੈਂਟਰ ਨੇ ਲੜਾਈ ਆ, ਉਹ ਜਿੱਤਣੀ ਸਭ ਤੋਂ ਜ਼ਰੂਰੀ ਆ। ਉਹਦੇ ਤੋਂ ਬਾਅਦ 'ਚ ਜੋ ਵੀ ਕਿਸੇ ਨੂੰ ਵੀ ਸਰਟੀਫਿਕੇਟ ਦੇਣਾ ਉਹ ਆਪ ਬਾਅਦ 'ਚ ਦੇ ਸਕਦੇ ਆ, ਜਿੰਨੇ ਵੀ ਦੇਣਾ ਉਹ ਏਜੰਸੀਆਂ ਦੇ ਕੰਮ ਆ ਜਾਂ ਲੋਕਾਂ ਦੇ ਆਪ, ਸਾਰੇ ਸਿਆਣੇ ਆ, ਸਭ ਜਾਣਦੇ ਆ। ਅਗਲਾ ਸਵਾਲ, ਸਾਡੇ ਕੋਲ ਬਹੁਤ ਸਾਰੇ ਸਵਾਲ ਆ ਚੁੱਕੇ ਨੇ ਤੇ ਸਰਕਾਰ ਦੁਆਰਾ ਬਣਾਈ ਗਈ ਕਮੇਟੀ ਜਾਂ ਕਿਸਾਨਾਂ ਨੂੰ ਸੁਪਰੀਮ ਕੋਰਟ ਦੇ ਉੱਤੇ ਭਰੋਸਾ ਕਿਉਂ ਨਹੀਂ? ਆਖਿਰਕਾਰ ਕਿਸਾਨ ਕਿਉਂ ਨਹੀਂ ਜਾ ਰਹੇ ਸੁਪਰੀਮ ਕੋਰਟ? ਵੇਖੋ, ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਹੈ, ਉਹਨਾਂ ਕਮੇਟੀ ਦੇ ਕਿਸੇ ਜਥੇਬੰਦੀ ਨਾਲ ਸਲਾਹ ਕੀਤੇ ਬਿਨਾਂ ਉਹਨਾਂ ਨੇ ਉਹ ਲੋਕ ਲਏ ਆ ਜਿਹੜੇ ਸਰਕਾਰ ਦੇ ਹੱਕ ਦੀ ਗੱਲ ਕਰਦੇ ਸੀ। ਪਹਿਲਾਂ ਕਿਤੇ ਨਾ ਕਿਤੇ ਇਹਨਾਂ ਕਾਨੂੰਨਾਂ ਦੇ ਹੱਕ ਦੀ, ਕਿਤੇ ਨਾ ਕਿਤੇ ਹੱਕ ਦੇ ਵਿੱਚ ਨਾਰਾ ਮਾਰਦੇ ਸਨ। ਅਤੇ ਦੂਜੇ ਜਿਹੜੀਆਂ ਆਮ ਜਥੇਬੰਦੀਆਂ ਸੰਘਰਸ਼ ਕਰ ਰਹੀਆਂ, ਉਹਨਾਂ ਦਾ ਕੋਈ ਇੱਕ ਵੀ ਆਗੂ ਉਹਨਾਂ ਨੇ ਵਿੱਚ ਨਹੀਂ ਲਿਆ। ਦੂਸਰਾ, ਤੁਸੀਂ ਇਹ ਵੇਖ ਸਕਦੇ ਜੇ ਕਿ ਜਿਹੜਾ ਸੁਪਰੀਮ ਕੋਰਟ ਦਾ ਜੱਜ ਰਿਟਾਇਰ ਹੋਣ ਤੋਂ ਬਾਅਦ ਚੀਫ ਜਸਟਿਸ, ਉਹਨੂੰ ਉਹਨਾਂ ਨੇ ਰਾਜ ਸਭਾ ਦੇ ਵਿੱਚ ਭੇਜ ਦਿੱਤਾ। ਇਸ ਤੋਂ ਪਹਿਲਾਂ ਨਹੀਂ ਕਦੀ ਹੋਇਆ ਅਤੇ ਕਿਤੇ ਨਾ ਕਿਤੇ ਪ੍ਰਭਾਵਿਤ ਕਰ। ਹੋਰ ਇਸ ਤੋਂ ਵੱਡਾ ਫੈਸਲਾ ਤੁਹਾਨੂੰ ਦੱਸ ਦੇਣਾ ਕਿ ਅਰਨਬ ਗੋਸਵਾਮੀ ਨੂੰ ਚੈਟ ਲੀਕ ਹੋਣ ਦੇ ਅੰਦਰ ਵਿੱਚ ਉਹਨਾਂ ਨੇ ਉਹਨਾਂ ਨੇ ਜੇਲ੍ਹ ਦੇ ਵਿੱਚ ਸੁੱਟਿਆ, ਅਤੇ ਦੂਜਿਆਂ ਦੀ ਸੁਣਵਾਈ 6-6 ਮਹੀਨੇ ਨਹੀਂ ਹੁੰਦੀ, ਉਹਦੀ 3 ਦਿਨਾਂ ਦੀ ਸੁਣਵਾਈ ਕਰਕੇ ਉਹਨੂੰ ਕਿਤੇ ਨਾ ਕਿਤੇ ਉਹਨਾਂ ਨੇ ਜ਼ਮਾਨਤ ਦੇ ਦਿੱਤੀ। ਅਤੇ ਸੁਪਰੀਮ ਕੋਰਟ ਪੂਰੀ ਤਰ੍ਹਾਂ ਸੁਤੰਤਰ ਨਹੀਂ ਹੈ। ਇਸ ਟਾਈਮ ਮੈਂ ਕਹਿ ਰਿਹਾ ਕਿਤੇ ਨਾ ਕਿਤੇ ਉਹ ਸਰਕਾਰ ਦੇ ਪ੍ਰਭਾਵਿਤ ਹੈ। ਰਾਏਕੋਟੀ ਸਾਹਿਬ ਇਸ ਗੱਲ ਦਾ ਜਵਾਬ ਦੇਣਗੇ ਕਿ ਸੁਪਰੀਮ ਕੋਰਟ ਦੇ ਉੱਤੇ ਰੰਧਾਵਾ ਸਾਹਿਬ ਦਾ ਕਹਿਣਾ ਕਿ ਪ੍ਰੈਸ਼ਰ ਹੈ ਕਿਤੇ ਨਾ ਕਿਤੇ ਸਰਕਾਰ ਦਾ, ਕਿਵੇਂ ਵੇਖਦੇ ਹੋ ਇਸ ਗੱਲ ਨੂੰ? ਸਹਿਮਤ ਆ ਮੇਰੇ ਵੀਰ ਨਾਲ ਕਿ ਜਿਹੜੀ ਸੁਪਰੀਮ ਕੋਰਟ ਆ ਉਹ ਪੂਰੀ ਸਰਕਾਰ ਦੇ ਹੱਥ ਥੱਲੇ ਆ। ਇਹ ਕਿਤੇ ਨਾ ਕਿਤੇ ਜਥੇਬੰਦੀਆਂ ਵੀ ਇਸ ਚੀਜ਼ ਨੂੰ ਜਾਣਦੀਆਂ ਨੇ ਕਿ ਜੇ ਉਹ ਸੁਪਰੀਮ ਕੋਰਟ ਜਾਣਗੀਆਂ ਜਾਂ ਹੋਰ ਆ ਤੇ ਇਹਦੇ ਵਿੱਚ ਕੋਈ ਹੱਲ ਕੋਈ ਨਹੀਂ ਨਿਕਲਣਾ ਅਤੇ ਮਸਲਾ ਮਤਲਬ ਜੀ ਠੰਡੇ ਵਾਸਤੇ 'ਚ ਪੈ ਜਾਣਾ ਗਾ। ਇਸ ਕਰਕੇ ਮੈਂ ਇਹ ਚੀਜ਼ ਦੇ ਹੱਕ ਦੇ ਵਿੱਚ ਹਾਂ।
ਦੇਖੋ ਜਿਹੜੇ ਜਥੇਬੰਦੀਆਂ ਨੇ ਉਹ ਸੋਚਦੀਆਂ ਨੇ ਵੀ ਅਸੀਂ ਸੁਪਰੀਮ ਕੋਰਟ ਜਾਵਾਂਗੇ ਤਾਂ ਸੁਪਰੀਮ ਕੋਰਟ ਵੀ ਸਰਕਾਰ ਦਾ, ਇਸ ਕਰਕੇ ਸਾਨੂੰ ਹੱਕ ਨਹੀਂ ਮਿਲਣਾ। ਸੁਪਰੀਮ ਕੋਰਟ ਆ ਉਹ ਦੇਸ਼ ਦੀ ਸਰਵਉੱਚ ਅਦਾਲਤ ਮੰਨੀ ਜਾਂਦੀ ਆ। ਭਾਰਤ ਇੱਕ ਸੈਕੂਲਰ ਸਟੇਟ ਆ, ਡੈਮੋਕ੍ਰੇਟਿਕ ਕੰਟਰੀ ਆ, ਤੇ ਜਿਹੜਾ ਭਾਰਤ ਦਾ ਸੰਵਿਧਾਨ ਆ ਤਾਂ ਉਹਦੇ 'ਚ ਮੰਨ ਲਓ ਵੀ ਸੁਪਰੀਮ ਕੋਰਟ ਇੱਕ ਫ੍ਰੀ ਸਰਵਉੱਚ ਅਦਾਲਤ ਆ ਵੀ ਉਹਦੇ 'ਚ ਕੋਈ ਪ੍ਰੈਸ਼ਰਾਈਜ਼ ਕੁਝ ਵੀ ਨਹੀਂ ਹੁੰਦਾ। ਮੇਰੇ ਹਿਸਾਬ ਨਾਲ ਵੀ ਕਿਸਾਨਾਂ ਨੂੰ ਸੁਪਰੀਮ ਕੋਰਟ ਦਾ ਸਹਾਰਾ ਲੈਣਾ ਚਾਹੀਦਾ। ਹਰਜਿੰਦਰ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਕਿਸਾਨਾਂ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਦੇਣਾ ਚਾਹੀਦਾ। ਕਿਵੇਂ ਵੇਖਦੇ ਹੋ, ਕੀ ਵਿਚਾਰ ਨੇ ਤੁਹਾਡੇ? ਮੈਂ ਬਾਈ ਨੂੰ ਪੁੱਛਣਾ ਚਾਹੁੰਦਾ ਵੀ ਕਿਉਂ ਕਿਸਾਨਾਂ ਨੂੰ ਕਿਉਂ ਜਾਣਾ ਚਾਹੀਦਾ ਸੁਪਰੀਮ ਕੋਰਟ ਦੇ ਵਿੱਚ? ਕਾਨੂੰਨ ਜਦੋਂ ਸਰਕਾਰ ਨੇ ਬਣਾਏ ਆ ਤੇ ਜਿਹੜੇ ਉਹਨਾਂ ਨੂੰ ਡਿਸਮਿਸ ਵੀ ਸਰਕਾਰ ਨੇ ਹੀ ਕਰਨਾ, ਉਹਨਾਂ ਨੇ ਰੱਦ ਕਰਨੇ ਆ ਕਿਉਂਕਿ ਬਣਾਏ ਸਰਕਾਰ ਨੇ ਆ। ਇਹ ਨਹੀਂ ਮਤਲਬ ਉਹ ਕੱਲ੍ਹ ਨੂੰ ਸਾਡੇ ਘਰਾਂ ਦੇ ਵੀ ਕਬਜ਼ੇ ਕਰਕੇ ਉਹ ਕਹਿ ਦੇਣਗੇ ਕੋਰਟ 'ਤੇ ਚੱਲ ਜਾਓ। ਕਿਹੜੀ ਗੱਲ ਤੋਂ ਕੋਰਟ 'ਤੇ? ਜਦੋਂ ਲੜਾਈ ਸਾਡੀ ਸਰਕਾਰ ਨਾਲ ਵਾ, ਸਰਕਾਰ ਨੇ ਕਾਨੂੰਨ ਬਣਾਏ ਆ। ਜੇ ਇਹ ਕਾਨੂੰਨ ਕੋਰਟ ਨੇ ਬਣਾ ਕੇ ਦਿੱਤਾ ਹੁੰਦਾ ਫਿਰ ਕਾਨੂੰਨ ਉਹ ਕੋਰਟ ਦੇ ਵਿੱਚ ਜਾ ਸਕਦੇ ਸੀ, ਬਟ ਜਦੋਂ ਸਰਕਾਰ ਨੇ ਬਣਾਏ ਆ ਇਹ ਕਾਨੂੰਨ, ਸੋ ਮੇਰਾ ਨਹੀਂ ਖਿਆਲ ਵੀ ਕਿਸਾਨਾਂ ਨੂੰ ਕੋਰਟ ਦੇ ਵਿੱਚ ਜਾਣਾ ਚਾਹੀਦਾ। ਸਰਕਾਰ ਨੇ ਬਣਾਏ ਆ ਤੇ ਲੜਾਈ ਸਰਕਾਰ ਨਾਲ, ਕਿਸਾਨ ਕਿਉਂ ਜਾਣ ਸੁਪਰੀਮ ਕੋਰਟ? ਕਿਸੇ ਵੀ ਲੋਕਤੰਤਰੀ ਰਾਜ 'ਚ ਜਦੋਂ ਕੋਈ ਕਾਨੂੰਨ ਬਣਦੇ ਆ ਨਾ ਤਾਂ ਮੰਨ ਲਓ ਵੀ ਉਹਦੀ ਰਾਖੀ ਵਾਸਤੇ ਇੱਕ ਜੁਡੀਸ਼ੀਅਲ ਸਿਸਟਮ ਤਿਆਰ ਹੁੰਦਾ। ਜਿਵੇਂ ਸੁਪਰੀਮ ਕੋਰਟ ਵੀ ਆਪਣਾ ਦੇਸ਼ ਦਾ ਸਭ ਤੋਂ ਵੱਡਾ ਜੁਡੀਸ਼ੀਅਲ ਸਿਸਟਮ ਆ। ਸੁਪਰੀਮ ਕੋਰਟ ਸਰਵਉੱਚ ਨਿਆਇ 'ਚ ਕੋਈ ਸ਼ੱਕ ਨਹੀਂ ਹੈ, ਪਰ ਉਹਦਾ ਰੁੱਖ ਵੇਖਣਾ ਪਊਗਾ ਨਾ ਸਾਨੂੰ, ਕਿੱਧਰ ਨੂੰ ਰੁੱਖ ਹੈ ਇਸ ਟਾਈਮ, ਕਿਤੇ ਨਿਰਪੱਖ ਹੈ ਕਿ ਨਹੀਂ ਨਿਰਪੱਖ। ਸਾਨੂੰ ਉਹਦੀ ਨਿਰਪੱਖਤਾ 'ਤੇ ਕਿਤੇ ਨਾ ਕਿਤੇ ਜੇ ਸ਼ੱਕ ਹੋ ਰਿਹਾ ਹੈ ਤੇ ਉਹਦੀ ਕਾਰਗੁਜ਼ਾਰੀ ਤੋਂ, ਕਿ ਉਹਦੀ ਪਿਛਲੀ ਕੁਝ ਸਾਲਾਂ ਦੀ ਕਾਰਗੁਜ਼ਾਰੀ ਜਿਹੜੀ ਵੇਖੀਏ ਤੇ ਉਹ ਨਿਰਪੱਖ ਨਹੀਂ ਹੈ। ਸੁਪਰੀਮ ਕੋਰਟ ਦੇ ਕੁਝ ਵਕੀਲਾਂ ਨੇ ਹੀ ਸੁਪਰੀਮ ਕੋਰਟ ਨੂੰ ਚਿੱਠੀ ਲਿਖ ਕੇ ਉਹਦੀਆਂ ਕਾਰਗੁਜ਼ਾਰੀਆਂ ਦੇ ਉੱਤੇ ਸਵਾਲ ਚੁੱਕੇ ਸਨ, ਤੇ ਇਸ ਕਰਕੇ ਭਰੋਸਾ ਕਰਨਾ ਸਾਨੂੰ ਥੋੜ੍ਹਾ ਜਿਹਾ ਔਖਾ ਲੱਗ ਰਿਹਾ ਇਸ ਟਾਈਮ ਜੋ ਹਾਲਾਤ। ਅਗਲਾ ਸਵਾਲ ਹੈਗਾ ਸਿੱਧੂ ਸਾਹਿਬ ਤੁਹਾਡੇ ਤੋਂ, ਤੇ ਧਰਨੇ ਵਿੱਚ ਹੋਈਆਂ ਜਾਂ ਹੋਣ ਵਾਲੀਆਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ? ਇਹਨੂੰ ਸਰਕਾਰ ਨੂੰ ਜ਼ਿੰਮੇਵਾਰ ਮੰਨਿਆ ਜਾਵੇ ਜਾਂ ਲੀਡਰਾਂ ਨੂੰ ਜਾਂ ਮੋਰਚੇ ਨੂੰ? ਕੌਣ ਜ਼ਿੰਮੇਵਾਰ ਹੈ, ਕੌਣ ਜ਼ਿੰਮੇਵਾਰੀ ਚੱਕਦਾ ਇਹਨਾਂ ਹੋ ਰਹੀਆਂ ਕਿਸਾਨਾਂ ਦੀਆਂ ਮੌਤਾਂ ਦੀ? ਇਹ ਸਾਰਾ ਸਿੱਧਾ ਜਿਹੜਾ ਕਾਂਗਰਸ ਬੀਜੇਪੀ ਸਰਕਾਰ 'ਤੇ ਹੀ ਜਾਂਦਾ ਵਾ। ਜੇ ਸਰਕਾਰ ਉੱਥੋਂ ਮੰਗਾਂ ਪਹਿਲਾਂ ਜਦੋਂ ਇਹ ਅੰਦੋਲਨ 6 ਮਹੀਨੇ ਸਟਾਰਟ ਹੋਇਆ ਵਾ, ਜੇ ਉਦੋਂ ਹੀ ਪੂਰੀਆਂ ਕਰ ਦਿੰਦੀ ਤਾਂ ਸ਼ਾਇਦ ਲੋਕ ਉੱਥੇ ਨਾ ਜਾਂਦੇ ਔਰ ਨਾ ਹੀ ਉਹਨਾਂ ਦੀਆਂ ਉੱਥੇ ਮੌਤਾਂ ਹੁੰਦੀਆਂ। ਅੱਜ ਪੂਰੇ 1-2 ਦਿਨਾਂ ਤੱਕ 90 ਦਿਨ ਹੋ ਜਾਣਗੇ ਅੰਦੋਲਨ ਨੂੰ, ਪਰ ਹਜੇ ਵੀ ਕੋਈ ਸੁਣਵਾਈ ਨਹੀਂ। ਸੰਜੀਵ ਸਾਹਿਬ। ਠਾਣੀ ਸਾਹਿਬ ਦੇਖੋ 200 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ ਤੇ ਪ੍ਰਧਾਨ ਮੰਤਰੀ ਦੇ ਮੂੰਹੋਂ ਇੱਕ ਵਾਰ ਵੀ ਇਹ ਨਹੀਂ ਨਿਕਲਿਆ ਕਿ ਆਪਣੇ ਕੋਈ ਉਹਨਾਂ ਦੇ ਪ੍ਰਤੀ ਸ਼ਰਧਾਂਜਲੀ ਮਤਲਬ ਉਹਨਾਂ ਨੇ ਪ੍ਰਗਟ ਨਹੀਂ ਕੀਤੀ ਅਜੇ ਤੱਕ। ਤੇ ਉਹਨਾਂ ਦੇ ਮਿਨਿਸਟਰ ਇਹ ਕਹਿ ਰਿਹਾ ਕਿ 2-4 ਹਾਰਟ ਅਟੈਕ ਨਾਲ 8-10 ਬੰਦੇ ਮਰਦੇ ਹੁੰਦੇ ਆ, ਇਹਨਾਂ ਕੋਈ ਫਰਕ ਨਹੀਂ ਪੈਣ ਲੱਗਾ। ਦੇਖੋ ਕਿੰਨੀ ਉਹਨਾਂ ਦੀ, ਇਹ ਤੋਂ ਸਾਫ਼ ਉਹਨਾਂ ਦਾ ਕਲੀਅਰ ਹੁੰਦਾ ਹੈ ਕਿ ਉਹਨਾਂ ਨੂੰ ਮੌਤ ਦਾ ਕੋਈ ਵੀ ਦੁੱਖ ਨਹੀਂ ਹੈਗਾ, ਉਹ ਸਿਰਫ ਤਮਾਸ਼ਾ ਦੇਖਣ ਤੇ ਲੱਗੇ ਹੋਏ ਆ। ਕਿਸਾਨਾਂ ਦੇ ਹੱਕ ਦੇ ਵਿੱਚ ਮੇਰੇ ਹਿਸਾਬ ਨਾਲ ਉਹਨੂੰ ਮਾੜਾ ਮੋਟਾ ਹਾਂ ਦਾ ਨਾਰਾ ਮਾਰਨਾ ਚਾਹੀਦਾ ਜੀ। ਚਲੋ ਬਿੱਲ ਨਹੀਂ ਵਾਪਸ ਲੈਣੇ ਜਾਂ ਹੋਰ ਆ, ਉਹ ਤਾਂ ਚਲੋ ਇੱਕ ਲਹਿਦਾ ਗੱਲ ਆ, ਠੀਕ ਹੈ ਜੀ, ਮੰਨਦੇ ਆ। ਪਰ ਜਿਹੜੇ ਵਿਚਾਰੇ ਆਪਦੀ ਜਾਨਾਂ ਦੇ ਚੁੱਕੇ ਨੇ ਉਹਨਾਂ ਦੇ ਹੱਕ 'ਚ ਇੱਕ ਸ਼ਬਦ ਤਾਂ ਬੋਲਣਾ ਚਾਹੀਦਾ ਜੀ। ਹੋਰ ਦੁੱਖ ਵਾਲੀ ਗੱਲ ਇਹ ਹੈ ਜੀ, ਜਿਹੜਾ ਦੇਸ਼ ਦਾ ਰਾਸ਼ਟਰਪਤੀ ਹੈ ਜੀ, ਜਦੋਂ ਆ ਸੰਸਦ ਚੱਲੀ ਹੈ ਦੁਆਰੇ, ਅਤੇ ਉਹਦੇ ਵਿੱਚ ਉਹਦੇ ਭਾਸ਼ਣ ਦੇ ਵਿੱਚ ਵੀ ਕੋਈ ਇਹੋ ਜਿਹਾ ਅਪੀਲ ਨਹੀਂ ਆਈ ਵੀ ਹਾਂ ਅਸੀਂ ਅਫਸੋਸ ਕਰਦੇ ਹਾਂ ਜਾਂ ਹੋਰ ਕੁਛ ਕਰਦੇ ਹਾਂ। ਪਰ ਜਿਹੜਾ ਸੰਵਿਧਾਨ ਮਤਲਬ ਸਰਕਾਰ ਚੱਲ ਰਹੀ ਹੈ ਜੀ, ਭਾਰਤ ਦੀ ਸਰਕਾਰ ਚੱਲ ਰਹੀ ਹੈ, ਮੇਰੇ ਹਿਸਾਬ ਨਾਲ ਬਹੁਤ ਦੁੱਖ ਵਾਲੀ ਗੱਲ ਹੈ ਵੀ ਉਹ ਕਿਸਾਨਾਂ ਦੇ ਹੱਕ 'ਚ ਇੱਕ ਵਾਰੀ ਵੀ ਨਹੀਂ ਬੋਲ ਰਹੇ। ਬਹੁਤ ਸ਼ਰਮ ਵਾਲੀ ਗੱਲ ਹੈ ਜੀ। ਬਹੁਤ ਬਹੁਤ ਧੰਨਵਾਦ। ਤੇ ਜਿਵੇਂ ਕਿ ਤੁਸੀਂ ਵੇਖ ਹੀ ਚੁੱਕੇ ਜੇ ਕਿ ਜਿੱਥੇ ਇਹ ਜਿਹੜੇ ਸੂਬਿਆਂ 'ਚ APMC ਐਕਟ ਲਾਗੂ ਹੋਇਆ ਸੀ ਪਹਿਲਾਂ, ਤੇ ਉੱਥੋਂ ਦੀ ਮੰਡੀਆਂ ਦਾ ਹਾਲਾਤ ਤੁਹਾਨੂੰ ਉੱਥੋਂ ਦੀ ਸੋਸ਼ਲ ਮੀਡੀਆ 'ਤੇ ਵੇਖਿਆ ਹੋਣਾ। ਜਿਹੜਾ ਬਿਹਾਰ ਹੈ ਉਹਦੇ ਵਿੱਚ ਤਾਂ ਪੂਰੀ ਤਰ੍ਹਾਂ ਹੀ ਜਿਹੜੀਆਂ ਮੰਡੀਆਂ ਸਿਸਟਮ ਵੇਖੋ ਤੁਸੀਂ, ਘਾਹ ਉੱਗ ਰਿਹਾ ਜਾਂ ਕੁਛ ਹੈ, ਅਤੇ ਉੱਥੋਂ ਦੇ ਜ਼ਿਮੀਂਦਾਰ ਇਸ ਮਸਲੇ 'ਤੇ ਬਹੁਤ ਰੋ ਰਹੇ ਨੇ। ਉਹਨਾਂ ਦੀ ਫਸਲ ਦਾ ਜਿਹੜਾ ਮੰਦਾ ਹਾਲ। ਥਾਂਦੀ ਸਾਹਿਬ, APMC ਦਾ ਮਤਲਬ ਹੈ ਵੀ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ, ਜਿਹਨੂੰ ਆਪਾਂ ਇੱਕ ਮੰਡੀ ਕਹਿ ਦਿੰਦੇ ਹਾਂ ਆਪਾਂ। ਇੱਕ ਵੀ ਕਿਤੇ ਮੰਨ ਲਓ ਸੋਕੇ ਨਾਲ ਬੰਦੇ ਭੁੱਖੇ ਬਹੁਤ ਮਰਦੇ ਸੀ, ਕੋਈ ਕਿਸਾਨਾਂ ਕੋਲੇ ਕੋਈ ਕਿਸਾਨਾਂ ਨੂੰ ਹੌਸਲਾ ਨਹੀਂ ਸੀ ਵੀ ਅਸੀਂ ਮੰਨ ਲਓ ਵੀ ਕੋਈ ਖਾਸ ਕਰੋਪ ਪ੍ਰੋਡਿਊਸ ਕਰ ਸਕੀਏ। ਤਾਂ ਗੌਰਮੈਂਟ ਨੇ ਮੰਨ ਲਓ ਵੀ ਉਹ ਗੌਰਮੈਂਟ ਚਾਹੁੰਦੀ ਸੀ ਵੀ ਇੱਕ ਆਪਾਂ ਰਿਫੋਰਮ ਲੈ ਕੇ ਆਈਏ। ਤਾਂ 1965 'ਚ ਆਪਣਾ ਵੀ ਇਹਨਾਂ ਨੇ ਮੰਨ ਲਓ ਵੀ ਇੱਕ APMC ਐਕਟ ਬਣਾਇਆ, ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ। ਤਾਂ ਉਹ ਇੱਕ ਮੰਡੀਆਂ ਨਿਸ਼ਚਿਤ ਕੀਤੀਆਂ ਗਈਆਂ। ਮੁੜ ਕੇ ਵੀ ਉਦੋਂ ਬਾਅਦ ਸਰਕਾਰ ਨੂੰ ਇਹ ਖਦਸ਼ਾ ਹੋ ਗਿਆ ਵੀ ਆਪਣਾ ਵੀ ਇਹਨਾਂ ਨੂੰ ਫਾਰਮਰਾਂ ਨੂੰ ਕਿਵੇਂ ਇਨਸੈਂਟਿਵ ਦਈਏ
ਵੀ ਤਾਂ ਇਹ ਮੰਨ ਲਓ ਵੀ ਰੈਗੂਲਰ ਪ੍ਰੋਡਕਸ਼ਨ ਕਰ ਸਕਣ ਕ੍ਰੌਪ ਦੀ, ਜਿਵੇਂ ਕਣਕ ਦੇ ਝੋਨੇ ਦੀ। ਇਹਨਾਂ ਨੇ ਫਿਰ ਆਪਣਾ ਇੱਕ ਨਿਸ਼ਚਿਤ ਪ੍ਰਾਈਸ ਬੰਨਿਆ, ਜਿਹਨੂੰ MSP ਮਾਰਕੀਟ ਸਪੋਰਟ ਪ੍ਰਾਈਸ ਕਹਿ ਦਿੰਦੇ ਆ, MSP ਬੰਨਿਆ। ਉਦੋਂ ਬਾਅਦ ਮੰਨ ਲਓ ਵੀ 1965 ਤੋਂ ਬਾਅਦ ਆਪਣਾ ਭਾਰਤ 'ਚ ਗ੍ਰੀਨ ਰੈਵੋਲੂਸ਼ਨ ਆਇਆ, ਜਿਹਨੂੰ ਆਪਾਂ ਕਹਿ ਦਈਏ ਬਹੁਤ ਅਨਾਜ ਦੀ ਬਹੁਤ ਜ਼ਿਆਦਾ ਪੈਦਾਵਾਰ ਹੋਣ ਲੱਗ ਪਈ। ਮੁੜ ਉਦੋਂ ਬਾਅਦ ਅਨਾਜ ਦੀ ਪੈਦਾਵਾਰ ਇੰਨੀ ਵੱਧ ਗਈ ਵੀ ਉਹਨੂੰ ਕੰਟਰੋਲ ਕਰਨਾ ਮੰਨ ਲਓ ਵੀ ਇੱਕ ਥੋੜ੍ਹੀ ਮੰਨ ਲਓ ਵੀ ਇਹਨਾਂ ਦਾ ਚਿੰਤਾ ਦਾ ਵਿਸ਼ਾ ਬਣ ਗਿਆ ਸਰਕਾਰ ਵਾਸਤੇ, ਵੀ ਇਹਨੂੰ ਕੰਟਰੋਲ ਕਿਵੇਂ ਕੀਤਾ ਜਾਵੇ। ਫਿਰ ਜਿਹੜੀ ਸਰਪਲਸ ਕ੍ਰੌਪ ਸੀਗੀ ਉਹਨੂੰ ਸਰਕਾਰ ਨੇ
ਜੋ ਟੁੱਟਣਾ ਜਾਂ ਕਿਤੇ ਨਾ ਕਿਤੇ ਕਿਸਾਨੀ ਸੰਘਰਸ਼? ਰਾਏਕੋਟੀ। ਬਹੁਤ ਬਹੁਤ ਧੰਨਵਾਦ। ਸੋ ਜਿਵੇਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਸਾਡੇ ਮਹਿਮਾਨਾਂ ਦਾ ਇਹ ਮੰਨਣਾ ਹੈ ਕਿ ਬੀਜੇਪੀ ਦੀ ਹਾਰ ਦਾ ਮੁੱਖ ਜਿਹੜਾ ਕਾਰਨ ਹੈ ਕਿਸਾਨੀ ਸੰਘਰਸ਼ ਹੈ। ਸੋ ਆਪਾਂ ਪ੍ਰੋਗਰਾਮ ਦੇ ਅਖੀਰ ਵੱਲ ਵੱਧ ਰਹੇ ਹਾਂ ਤੇ ਆਖਰੀ ਸਵਾਲ ਸਾਡਾ ਸਾਡੇ ਦੇ ਮਹਿਮਾਨਾਂ ਨੂੰ ਪ੍ਰੈਡਿਕਸ਼ਨ ਕੀ ਹੈ ਉਹਨਾਂ ਦੀ, ਇਹ ਕਿਸਾਨੀ ਸੰਘਰਸ਼ ਆਖਿਰ ਤੱਕ ਕਿੱਥੇ ਤੱਕ ਜਾਏਗਾ? ਮੰਗਾਂ ਮੰਨੀਆਂ ਜਾਣਗੀਆਂ ਜਾਂ ਫਿਰ ਨਿਰਾਸ਼ਾ ਹੋਏਗੀ? ਰੰਧਾਵਾ ਸਾਹਿਬ। ਜਦੋਂ ਲੋਕਾਂ ਦਾ ਅੰਦੋਲਨ ਚੱਲਦਾ ਹੈ, ਕਿਸਾਨੀ ਸੰਘਰਸ਼ ਇਕੱਲੇ ਕਿਸਾਨਾਂ ਦਾ ਨਹੀਂ, ਆਮ ਲੋਕਾਂ ਦਾ, ਆਮ ਜਨਤਾ ਦਾ ਇੱਕ ਜਨ ਅੰਦੋਲਨ ਬਣ ਚੁੱਕਿਆ ਹੈ। ਤੇ ਜਦੋਂ ਜਨ ਅੰਦੋਲਨ ਬਣਦੇ ਨੇ ਤਾਂ ਕਿਤੇ ਨਾ ਕਿਤੇ ਨਤੀਜੇ ਤੇ ਪਹੁੰਚਦੇ ਨੇ। ਨਿਰਾਸ਼ਾ ਦਾ ਉਹਦੇ ਵਿੱਚ ਕੋਈ, ਮੈਂ ਮੰਨਦਾ ਕਿ ਉਹਦੇ ਵਿੱਚ ਕੋਈ ਵੀ ਕਿਸੇ ਵੀ ਕੋਨੇ 'ਚ ਨਿਰਾਸ਼ਾ ਦਾ ਸਾਨੂੰ ਸੋਚਣਾ ਨਹੀਂ ਚਾਹੀਦਾ। ਨਿਰਾਸ਼ਾ ਸਾਨੂੰ ਨਹੀਂ ਮਿਲੇਗੀ, ਅਸੀਂ ਇਸ ਮਸਲੇ ਦੇ ਜਿੱਤ ਕੇ ਹਾਸਲ ਕਰਾਂਗੇ। ਪਰ ਜਨ ਅੰਦੋਲਨ 'ਚ ਜਦੋਂ ਵੀ ਪੁਰਾਣੇ ਤੁਸੀਂ ਦੇਖ ਲਓ ਅੰਦੋਲਨ ਜਿਹਦੇ ਵੀ ਉੱਠੇ ਆ, ਤੇ ਜਨ ਅੰਦੋਲਨ ਹਮੇਸ਼ਾ ਕਾਮਯਾਬੀ ਦੇ ਪਹੁੰਚ ਕੇ ਕਿਸੇ ਨਤੀਜੇ ਤੇ ਪਹੁੰਚ ਕੇ ਜ਼ਰੂਰ ਸਿੱਧੂ ਸਾਹਿਬ, ਆਖਰੀ ਸਵਾਲ, ਕਿਸਾਨਾਂ ਦੀ ਜਿੱਤ ਹੋਵੇਗੀ? ਪਹਿਲੀ ਗੱਲ ਇਹ ਮੈਸੇਜ ਹੈ ਸਾਰਿਆਂ ਨੂੰ ਵੀ ਸਾਰੇ ਰਲ ਮਿਲ ਕੇ ਰਹਿਣ। ਜੋ ਸਾਡੀਆਂ ਮੰਗਾਂ ਨੇ ਉਹ ਸਰਕਾਰ ਦੇ ਮੂਹਰੇ ਰੱਖੀਆਂ ਹੋਈਆਂ ਨੇ ਤੇ ਜਲਦੀ ਇਹ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਹ ਮੰਗਾਂ ਪੂਰੀਆਂ ਕਰ ਲਈਆਂ ਜਾਣ ਤਾਂ ਜੋ ਸਾਡੇ ਵੀਰ ਭਰਾ ਉੱਥੇ 3 ਮਹੀਨਿਆਂ ਦੇ ਬੈਠੇ ਆ ਉਹ ਵਿਚਾਰੇ ਆਪਣੇ ਘਰਾਂ ਦੇ ਵਿੱਚ ਆਉਣ ਤੇ ਆਪਦਾ ਕੰਮਕਾਰ ਕਰਨ। ਇਹ ਥੈਂਕ ਯੂ ਵੈਰੀ ਮਚ। ਸੰਜੀਵ ਸਾਹਿਬ, ਆਖਰੀ ਸਵਾਲ, ਕੀ ਲੱਗਦਾ ਹੈ? ਦੇਖੋ ਜੀ, ਕਾਰਪੋਰੇਟ ਘਰਾਣਿਆਂ ਦਾ ਬਹੁਤ ਹੀ ਜ਼ਿਆਦਾ ਦਬਾਅ ਹੈ ਮੋਦੀ ਸਰਕਾਰ 'ਤੇ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਕਜੁੱਟ ਹੋ ਕੇ ਤੁਸੀਂ ਆਪਣੇ ਕਿਸਾਨੀ ਅੰਦੋਲਨ ਵਿੱਚ ਸੰਘਰਸ਼ ਵਿੱਚ ਸ਼ਾਮਲ ਹੋਵੋ ਤਾਂ ਕਿ ਜੇ ਕਿਸਾਨ ਨਹੀਂ ਤਾਂ ਸਮਝ ਲਓ ਵੀ ਤੁਹਾਨੂੰ ਰੋਟੀ ਵੀ ਨਸੀਬ ਨਹੀਂ ਹੋਣੀ। ਧੰਨਵਾਦ।